बीएसएफ ਦਾ ਦਾਇਰਾ ਫਿਰ ਵਧਾ ਕੇ 50 ਕਿਲੋਮੀਟਰ ਤੱਕ ਕਰਤਾ। ਕੀ ਸੋਚਦੇ ਹੋ ਇਹਦੇ ਬਾਰੇ? 15 ਦੀ ਬਜਾਏ ਉਹ 10 ਜਾਂ 5 ਕਿਲੋਮੀਟਰ ਹੋਣਾ ਚਾਹੀਦਾ ਕਿ ਹੋਰ ਪੈਣੀ ਨਜ਼ਰ ਰੱਖੀ ਜਾ ਸਕੇ ਬਾਰਡਰ ਤੇ, ਜਦ ਕਿ ਉਹ ਪਿੱਛੇ ਨੂੰ ਆ ਗਏ। ਉਹਦੇ ਪਿੱਛੇ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਸਾਡੀ ਪੰਜਾਬ ਸਰਕਾਰ ਦੀ, ਕਾਂਗਰਸ ਦੀ ਤੇ ਬੀਜੇਪੀ ਤੇ ਜਿਹੜੀ ਮੋਦੀ ਸਰਕਾਰ ਦੀ ਗੱਲ ਕਰੀਏ। ਇਹ ਕੇਂਦਰ ਸਰਕਾਰ ਇਸ ਟਾਈਮ ਗੱਲ ਕਰੀਏ ਤੇ ਉਹ ਹਾਵੀ ਹੋ ਰਹੀ ਹੈ ਪੰਜਾਬ ਦੀ ਪੋਲਿਟਿਕਸ ਦੇ ਉੱਤੇ, ਕਿਉਂਕਿ ਇੱਕ ਪਾਸੇ ਤਾਂ ਉਹ ਮਾਰ ਖਾ ਚੁੱਕੇ ਨੇ ਕਿ ਸਾਨੂੰ ਪੰਜਾਬ ਦੇ ਵਿੱਚ ਕਿਤੇ ਖਲੋਣ ਨੂੰ ਜਗ੍ਹਾ ਨਹੀਂ ਮਿਲ ਰਹੀ। ਬੀਜੇਪੀ ਦੇ ਜਿੰਨੇ ਵੀ ਨੁਮਾਇੰਦੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਕਿਸਾਨਾਂ ਵੱਲੋਂ ਵੀ, ਪੰਜਾਬ ਦੇ ਲੋਕਾਂ ਵੱਲੋਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਦੇ ਨਾਲ ਤੇ ਮੈਂ ਹਾਂ ਮਨਪ੍ਰੀਤ ਕੌਰ। ਪੰਜਾਬ ਦੇ ਵਿੱਚ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਜਦੋਂ ਦਾ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਬੀਐਸਐਫ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਪਹਿਲੇ ਸਮਿਆਂ ਦੇ ਵਿੱਚ ਜੋ ਬੀਐਸਐਫ ਦਾ ਦਾਇਰਾ ਪੰਜਾਬ 'ਚ ਸੀ ਉਹ 15 ਕਿਲੋਮੀਟਰ ਤੱਕ ਹੀ ਸੀ। ਉਸ ਤੋਂ ਬਾਅਦ ਹੁਣ ਇੱਕਦਮ ਕੇਂਦਰ ਵੱਲੋਂ ਜਿਹੜਾ ਦਾਇਰਾ ਵਧਾ ਕੇ 50 ਕਿਲੋਮੀਟਰ ਤੱਕ ਦਾ ਕਰ ਦਿੱਤਾ ਗਿਆ। ਸੋ ਇਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਵਿਰੋਧ ਕਰ ਰਹੇ ਨੇ। ਸਿਆਸੀ ਪਾਰਟੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਇੱਕ ਸਿਆਸੀ ਪਾਰਟੀ ਦਾ ਆਗੂ ਜਿਹੜਾ ਇਸ ਫੈਸਲੇ ਦਾ ਵਿਰੋਧ ਕਰਦਾ ਨਜ਼ਰ ਆ ਰਿਹਾ। ਚੰਨੀ ਸਰਕਾਰ ਵੱਲੋਂ ਇੱਕ ਸਰਵਦਲੀय ਬੈਠਕ ਵੀ ਬੁਲਾਈ ਗਈ ਸੀ ਜਿਸ ਦੇ ਵਿੱਚ ਕਿ ਸਾਰੇ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਮੌਜੂਦ ਸੀਗੇ। ਸੋ ਅੱਜ ਇਸੇ ਮੁੱਦੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਮਲਦੀਪ ਸਿੰਘ ਹੋਣਾ ਦੇ ਨਾਲ, ਜੋ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਨੇ, ਇਹਨਾਂ ਦੇ ਨਾਲ ਸੋਸ਼ਲ ਵਰਕ ਵੀ ਕਰਦੇ ਨੇ। ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਆ। ਸਰ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਨੇਸ਼ਨ ਪੋਸਟ ਦਾ। ਸਰ बीएसएफ ਦਾ ਦਾਇਰਾ ਫਿਰ ਵਧਾ ਕੇ 50 ਕਿਲੋਮੀਟਰ ਤੱਕ ਕਰਤਾ। ਕੀ ਸੋਚਦੇ ਹੋ ਇਹਦੇ ਬਾਰੇ? ਕੀ ਲੱਗਦਾ ਹੈ ਕਿ ਕਿਉਂ ਕੇਂਦਰ ਸਰਕਾਰ ਨੇ ਇਹ ਜਿਹੜਾ ਫੈਸਲਾ ਲਿਆ? ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਦੇਖੋ ਅਸੀਂ ਇਹਨੂੰ ਇੱਕ ਐਜ਼ ਏ ਲੇਮੈਨ ਦੀ ਤੌਰ ਤੇ ਵੀ ਲਈਏ, ਨਾਟ ਐਜ਼ ਏ ਕਿਸੇ ਪੋਲੀਟੀਕਲ ਜਾਂ ਕੁਝ ਵੀ। ਐਕਚੁਅਲ ਦੇ ਵਿੱਚ ਕੀ ਹੈ ਕਿ ਦੇਖੋ ਜੇ ਕੇਂਦਰ ਸਰਕਾਰ ਇਸ ਟਾਈਮ ਗੱਲ ਕਰੀਏ ਤੇ ਉਹ ਹਾਵੀ ਹੋ ਰਹੀ ਹੈ ਪੰਜਾਬ ਦੀ ਪੋਲਿਟਿਕਸ ਦੇ ਉੱਤੇ, ਕਿਉਂਕਿ ਇੱਕ ਪਾਸੇ ਤਾਂ ਉਹ ਮਾਰ ਖਾ ਚੁੱਕੇ ਨੇ ਕਿ ਸਾਨੂੰ ਪੰਜਾਬ ਦੇ ਵਿੱਚ ਕਿਤੇ ਖਲੋਣ ਨੂੰ ਜਗ੍ਹਾ ਨਹੀਂ ਮਿਲ ਰਹੀ। ਬੀਜੇਪੀ ਦੇ ਜਿੰਨੇ ਵੀ ਨੁਮਾਇੰਦੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਕਿਸਾਨਾਂ ਵੱਲੋਂ ਵੀ, ਪੰਜਾਬ ਦੇ ਲੋਕਾਂ ਵੱਲੋਂ ਵੀ। ਹੁਣ ਗੱਲ ਕਰੀਏ ਤਾਂ ਜਿਹੜੀ ਇਹ 15 ਕਿਲੋਮੀਟਰ ਤੋਂ 50 ਕਿਲੋਮੀਟਰ ਦੀ ਇਹਨਾਂ ਨੇ ਵਧਾਇਆ, ਇਹ ਜਦ ਕਿ 15 ਦੀ ਬਜਾਏ ਉਹ 10 ਜਾਂ 5 ਕਿਲੋਮੀਟਰ ਹੋਣਾ ਚਾਹੀਦਾ ਕਿ ਹੋਰ ਪੈਣੀ ਨਜ਼ਰ ਰੱਖੀ ਜਾ ਸਕੇ ਬਾਰਡਰ ਤੇ, ਜਦ ਕਿ ਉਹ ਪਿੱਛੇ ਨੂੰ ਆ ਗਏ। ਉਹਦੇ ਪਿੱਛੇ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਸਾਡੀ ਪੰਜਾਬ ਸਰਕਾਰ ਦੀ, ਕਾਂਗਰਸ ਦੀ ਤੇ ਬੀਜੇਪੀ ਤੇ ਜਿਹੜੀ ਮੋਦੀ ਸਰਕਾਰ ਦੀ ਗੱਲ ਕਰੀਏ। ਸੋ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਸਾਰਾ ਕੁਝ ਕੀਤਾ ਗਿਆ। ਅਸੀਂ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ ਤੇ ਅਰਾਊਂਡ ਅਬਾਊਟ ਜੁਲਾਈ ਦੇ ਲਾਗੇ ਛਾਗੇ ਇਹਦੇ ਵਿੱਚ ਉੱਤੇ ਸਹਿਮਤੀ ਵੀ ਬਣੀ ਸੀ। ਐਂਡ ਇਹਦੀ ਜਿਹੜੀ ਪਿਛਲੇ ਦਿਨਾਂ 'ਚ ਨਿਊਜ਼ਪੇਪਰ ਦੇ ਵਿੱਚ ਪਬਲਿਸ਼ ਹੋਈ ਸਤੰਬਰ ਮਹੀਨੇ ਦੇ ਵਿੱਚ ਕਿ ਜਿਹੜੇ ਸਾਡੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੀਗੇ, ਸੋ ਉਹਨਾਂ ਵੱਲੋਂ ਡੈਪੂਟੇਸ਼ਨ ਤੇ ਪੰਜਾਬ ਦੇ ਵਿੱਚ ਬੀਐਸਐਫ ਦੇ ਕਮਾਂਡਰ ਜਿਹੜੇ ਸੀ, ਪੰਜਾਬ ਦੀਆਂ ਮੇਨ ਜਿਹੜੀਆਂ ਸੈਂਟਰਲ ਜੇਲ੍ਹ ਸੀਗੀਆਂ, ਜਿਹਦੇ ਵਿੱਚ ਫਿਰੋਜ਼ਪੁਰ ਦੀ ਗੱਲ ਕਰੀਏ, ਜਿਹਦੇ ਵਿੱਚ ਅੰਮ੍ਰਿਤਸਰ ਦੀ ਗੱਲ ਕਰੀਏ, ਜਿਹਦੇ ਵਿੱਚ ਗੁਰਦਾਸਪੁਰ ਦੀ ਗੱਲ ਕਰੀਏ ਤੇ ਜਿਹਦੇ ਵਿੱਚ ਫਰੀਦਕੋਟ ਦੀ ਗੱਲ ਕਰੀਏ, ਸੈਂਟਰਲ ਜੇਲ੍ਹਾਂ ਦੇ ਜਿਹੜੇ ਸੁਪਰਡੈਂਟ ਸੀਗੇ ਉਹ ਬੀਐਸਐਫ ਦੇ ਕਮਾਂਡੈਂਟ ਜਿਹੜੇ ਨੇ ਉਹ ਲਗਾਏ ਗਏ, ਜਿਹਦੇ ਕਿ ਏਡੀਜੀਪੀ ਜਨਰਲ ਜਿਹੜੇ ਅਸੀਂ ਕਹਦੇ ਜੇਲ੍ਹ ਦੇ ਸੀ, ਪ੍ਰਿਜ਼ਨ ਦੇ ਸੀ, ਪੀਕੇ ਸਿਨਹਾ ਜੀ। ਸੋ ਉਹਨਾਂ ਵੱਲੋਂ ਵੀ ਇਹਦੀ ਜਿਹੜੀ ਆ ਪੁਸ਼ਟੀ ਕੀਤੀ ਗਈ ਆ ਕਿ ਅਸੀਂ ਉਹ ਲਗਾਏ ਹੋਏ ਨੇ ਬਿਕੋਜ਼ ਆਫ ਕਿਤੇ ਨਾ ਕਿਤੇ ਅਸੀਂ ਇਹਨੂੰ ਇਹ ਸਮਝਦੇ ਹਾਂ ਕਿ ਪੰਜਾਬ ਦੀ ਪੁਲਿਸ ਜਿਹੜੀ ਆ, ਜੇਲ੍ਹ ਮੰਤਰੀ ਫੇਲ ਹੋਏ ਨੇ ਆਪਣੀਆਂ ਜੇਲ੍ਹਾਂ ਦੇ ਉੱਤੇ ਕੰਟਰੋਲ ਕਰਨ ਲਈ। ਕੰਟਰੋਵਰਸੀ ਵੀ ਹੁੰਦੀ ਆਈ ਹੈ ਉਹਨਾਂ ਦੇ ਉੱਤੇ ਕਿ ਜੇਲ੍ਹਾਂ ਦੇ ਵਿੱਚ ਅਗਰ ਨਸ਼ਾ ਵਰਤਿਆ ਜਾ ਰਿਹਾ ਜਾਂ ਕੁਝ ਵੀ ਗੈਂਗਸਟਰ ਇਸ ਲੈਵਲ ਤੱਕ ਉਹ ਕੰਮ ਕਰਦੇ ਨੇ ਤੇ ਕਿਤੇ ਨਾ ਕਿਤੇ ਕੰਸੈਂਟ ਨੇ, ਠੀਕ ਹੈ। ਸੋ ਉਹਨੂੰ ਸਾਰੀ ਚੀਜ਼ ਨੂੰ ਦੇਖਦਿਆਂ ਹੋਇਆਂ ਆਪਣੇ ਗਲੇ ਤੋਂ ਲਾ ਕੇ ਦੂਸਰੇ ਗਲੇ 'ਤੇ ਪਾਉਣ ਵਾਸਤੇ ਕਿ ਦੇਖੋ ਜੀ ਹੁਣ ਤਾਂ ਅਸੀਂ ਬੀਐਸਐਫ ਦੇ ਲਗਾਏ ਹੋਏ ਨੇ, ਹੁਣ ਕਿਉਂ ਨਹੀਂ ਕੰਟਰੋਲ ਹੋ ਰਿਹਾ, ਜਦ ਕਿ ਪਹਿਲਾਂ ਸੀ। ਇੱਕ ਗਿਣੀ ਮਿੱਥੀ ਸਾਜ਼ਿਸ਼ ਸੀਗੀ ਜਿਹਦੇ ਤਹਿਤ ਇਹ ਸਾਰਾ ਕੁਝ ਕੰਮ ਕੀਤਾ ਗਿਆ। ਐਂਡ ਹੁਣ ਆ ਕੇ ਜਿਹੜਾ ਵਾ ਉਹਦੀ ਗੱਲ ਕਰੀਏ ਤਾਂ ਚਾਹੇ ਉਹ ਉਸ ਟਾਈਮ ਤੇ ਸੀਐਮ ਜਿਹੜੇ ਸੀ ਕੈਪਟਨ ਅਮਰਿੰਦਰ ਸਿੰਘ ਜੀ ਸੀਗੇ, ਇਹਦਾ ਮਤਲਬ ਆ ਹੋਮ ਮਿਨਿਸਟਰ ਸੀ, ਉਹ ਹੋਮ ਮਿਨਿਸਟਰ ਐਂਡ ਜੇਲ੍ਹ ਮੰਤਰੀ ਦੀ ਕੰਸੈਂਟ ਨਾਲ ਇਹ ਕੰਮ ਹੋਇਆ, ਠੀਕ ਹੈ, ਐਂਡ ਸੀਐਮ ਦੀ ਕੰਸੈਂਟ ਨਾਲ ਹੋਇਆ। ਐਂਡ ਰਾਈਟ ਨਾਓ ਅਗਰ ਅਸੀਂ ਗੱਲ ਕਰੀਏ ਤਾਂ ਚੰਨੀ ਸਾਹਿਬ ਤੇ ਵੀ ਆ ਗਈ। ਚੰਨੀ ਸਾਹਿਬ ਦੀ ਵੀ ਮਿਲਣੀ ਜਿਹੜੀ ਆ ਹੋਈ ਉੱਥੇ ਜਿਹੜੇ ਲਾਅ ਮਿਨਿਸਟਰ ਨੇ ਅਮਿਤ ਸ਼ਾਹ ਜੀ ਨਾਲ, ਤੇ ਸਾਡੇ ਸਾਬਕਾ ਸੀਐਮ ਸਾਹਿਬ ਦੀ ਵੀ ਮਿਲਣੀ। ਉਸ ਤੋਂ ਬਾਅਦ ਵਿੱਚ ਹੀ ਇਮੀਡੀਏਟ ਇਹ ਆ ਜਾਂਦਾ ਹੈ ਕਿ ਬਾਰਡਰ ਸਿਕਿਉਰਿਟੀ ਫੋਰਸਸ ਦੇ ਅੰਡਰ ਜਿਹੜਾ ਵਾ ਪੰਜਾਬ ਦਾ 15 ਕਿਲੋਮੀਟਰ ਤੋਂ ਜਾ ਕੇ 50 ਕਿਲੋਮੀਟਰ ਤੱਕ ਆ ਗਿਆ। ਸੋ ਜਿਹਦੇ ਨਾਲ ਅੱਜ ਪੰਜਾਬ ਦਾ ਜਿਹੜਾ ਹੱਕ ਸੀਗਾ, ਜਮਹੂਰੀ ਹੱਕ ਸੀਗਾ ਜਿਹੜਾ, ਉਹ ਖਤਮ ਕਰ ਦਿੱਤਾ ਗਿਆ। ਆਮ ਲੋਕਾਂ ਦੇ ਲਈ ਇੱਕ ਬੜਾ ਵੱਡਾ ਸਵਾਲ ਹੈ ਕਿ ਇਹਦਾ ਮਤਲਬ ਹੈ ਪੰਜਾਬ ਪੁਲਿਸ ਜਿਹੜੀ ਕੈਪੇਬਲ ਨਹੀਂ ਹੈ। ਪੰਜਾਬ ਪੁਲਿਸ ਜ਼ਰੂਰ ਕੈਪੇਬਲ ਹੋ ਸਕਦੀ ਹੈ, ਪਰ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਕੈਪੇਬਲ ਨਹੀਂ ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ, ਕਿਉਂਕਿ ਸਾਡੀ ਪੁਲਿਸ ਦਾ ਜਦ ਤੱਕ ਰਾਜਨੀਤੀਕਰਨ ਖਤਮ ਨਹੀਂ ਹੁੰਦਾ
ਤਦ ਤੱਕ ਇਸੇ ਤਰ੍ਹਾਂ ਦੇ ਕੰਮ ਹੁੰਦੇ ਰਹਿਣਗੇ। ਕਿਉਂਕਿ ਅੱਜ ਕੋਈ ਵੀ ਕੰਮ ਕਰਨਾ ਹੋਵੇ, ਜੇ ਕੋਈ ਗੈਂਗਸਟਰ ਫੜਿਆ ਜਾਵੇ ਜਾਂ ਕੋਈ ਵੀ ਬੰਦਾ ਜਿਹੜਾ ਫੜਿਆ ਜਾਂਦਾ ਵਾ, ਉਹਦੇ ਤੇ ਉਸੇ ਟਾਈਮ ਥਾਣੇ ਦੇ ਵਿੱਚ ਫੋਨ ਚੱਲ ਜਾਂਦਾ ਜੀ, ਮੰਤਰੀ ਸਾਹਿਬ ਦਾ ਆਇਆ ਜੀ, ਐਮਐਲਏ ਸਾਹਿਬ ਦਾ ਫੋਨ ਆਇਆ ਜੀ, ਇਹਦੇ ਤੇ ਇਹ ਕਾਰਵਾਈ ਨਹੀਂ ਕਰਨੀ, ਉਹ ਕਰਨੀ। ਠੀਕ ਹੈ, ਕਿਉਂਕਿ ਪੁਲਿਸ ਦਾ ਪੋਲੀਟੀਸਾਈਜੇਸ਼ਨ ਜਿਹੜਾ ਨਾ ਬਹੁਤ ਵੱਡੇ ਲੈਵਲ ਤੇ ਹੈ। ਇਹ ਮੰਨਿਆ ਜਾ ਸਕਦਾ। ਸੋ ਹੁਣ ਇੱਥੇ ਆਪਾਂ ਜੇ ਬੀਜੇਪੀ ਲੀਡਰਾਂ ਦੀ ਗੱਲ ਕਰੀਏ, ਬੀਜੇਪੀ ਲੀਡਰਾਂ ਨਾਲ ਜਦੋਂ ਮੀਡੀਆ ਇਸ ਮੁੱਦੇ ਦੇ ਉੱਤੇ ਰਾਬਤਾ ਕਰਦਾ ਤਾਂ ਉਹਨਾਂ ਦਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਾਰਡਰ ਪਾਰੋਂ ਆ ਰਿਹਾ, ਹਥਿਆਰ ਬਾਰਡਰ ਪਾਰੋਂ ਆ ਰਹੇ, ਇਸ ਕਰਕੇ ਉਹਨਾਂ ਨੇ ਦਾਇਰਾ ਵਧਾ ਦਿੱਤਾ ਤੇ ਗਲਤ ਕੀ ਕੀਤਾ। ਬਿਲਕੁਲ ਜੀ, ਇੱਥੇ ਮੈਂ ਬੀਜੇਪੀ ਦੇ ਲੀਡਰਾਂ ਨੇ ਦੇਖੋ ਜੀ ਪਿਛਲੇ ਦਿਨ ਜਿਹੜੀ ਸਰਦਲੀय ਬੈਠਕ ਬੁਲਾਈ ਗਈ ਸੀ ਸਾਡੇ ਮੌਜੂਦਾ ਸੀਐਮ ਸਾਹਿਬ ਵੱਲੋਂ, ਉਹਦਾ ਵਿਰੋਧ ਵੀ ਕੀਤਾ, ਉੱਥੇ ਵੀ ਨਹੀਂ ਉਹਨਾਂ ਨੇ ਭਾਗੀਦਾਰੀ ਕੀਤੀ, ਕਿਉਂਕਿ ਉਹ ਖੁਦ ਇਸ ਸਾਜ਼ਿਸ਼ ਦੇ ਵਿੱਚ ਰਚਾਇਤਾ ਨੇ। ਅਗਰ ਉਹ ਇਹ ਗੱਲ ਕਹਿੰਦੇ ਨੇ ਕਿ ਦੇਖੋ ਜੀ ਪੰਜਾਬ ਦੇ ਵਿੱਚ ਨਸ਼ਾ ਜਾਂ ਹਥਿਆਰਾਂ ਦੀ ਤਸਕਰੀ ਉਹ ਬਹੁਤ ਵੱਧ ਚੁੱਕੀ ਸੀ, ਦੇਖੋ ਜੀ ਉਹ ਅੰਡਰ ਕਿਹਦੇ ਆ ਰਹੀ ਸੀ? ਪਹਿਲਾਂ ਤਾਂ ਬੀਐਸਐਫ ਦੇ ਅੰਡਰ ਸੀ ਨਾ, ਸਾਡੀ ਸੈਂਟਰ ਗਵਰਨਮੈਂਟ ਦੇ ਅੰਡਰ ਸੀਗੀ। ਉੱਥੇ ਜਿਹੜੀ ਬੀਜੇਪੀ ਦੀ ਸਰਕਾਰ ਆ, ਇਹਦਾ ਮਤਲਬ ਟੋਟਲੀ ਫੇਲ ਤਾਂ ਬੀਜੇਪੀ ਦੀ ਹੀ ਸਰਕਾਰ ਹੋਈ ਨਾ। ਉੱਥੇ ਬਾਰਡਰ ਦੇ ਉੱਤੇ ਕੰਟਰੋਲ ਕਰਨ ਲਈ ਨਸ਼ਾ ਆ ਰਿਹਾ ਆ, ਇਹਦਾ ਮਤਲਬ ਬੀਐਸਐਫ ਫੇਲ ਹੋ ਰਹੀ ਤੇ ਬੀਐਸਐਫ ਦੇ ਉੱਤੇ ਜਿਹੜੀ ਲਾਅ ਮਿਨਿਸਟਰੀ ਆ ਸਾਡੀ, ਅਮਿਤ ਸ਼ਾਹ ਜੀ ਫੇਲ ਹੋਏ ਨੇ, ਜਦ ਕਿ ਉਹ ਭਾਂਡਾ ਜਿਹੜਾ ਸੀਗਾ ਉਹ ਫੋੜ ਰਹੇ ਨੇ ਸਿੱਧਾ ਹੀ ਪੰਜਾਬ ਦੀ ਸਰਕਾਰ ਤੇ। ਇਸ ਦੋਨਾਂ ਦੀ ਰਲੀ ਮਿਲੀ, ਇਹ ਆਪਾਂ ਕਹਿੰਦੇ ਰਲੀਆਂ ਚੁਗ ਰਹੇ ਨੇ। ਠੀਕ ਹੈ, ਅਸੀਂ ਉਹ ਕਹਿ ਰਹੇ ਨੇ ਦੇਖੋ ਜੀ ਇਹ ਤਸਕਰੀ ਹੋ ਰਹੀ ਜੀ, ਇਸ ਕਰਕੇ ਕੰਟਰੋਲੀਆਂ, ਸਗੋਂ ਕਿ ਅੱਜ ਜਦੋਂ ਘੱਟ ਦਾਇਰਾ ਹੋਵੇ ਮੇਰੇ ਕੋਲ ਤੇ ਮੇਰੀ ਜੁਰਿਡਿਕਸ਼ਨ ਦੇ ਵਿੱਚ ਮੈਂ ਪੈਣੀ ਨਜ਼ਰ ਤਾਂ ਰੱਖ ਸਕਦਾ, ਜਦੋਂ ਮੇਰਾ ਦਾਇਰਾ ਵੱਧ ਗਿਆ, ਨਫਰੀ ਤਕਰੀਬਨ ਉਹੀ ਰਹੇਗੀ। ਠੀਕ ਹੈ, ਤੇ ਉਹਦੇ ਤੇ ਮੇਰੀ ਪੈਣੀ ਨਜ਼ਰ ਕਿੱਦਾਂ ਰਹੇਗੀ? ਠੀਕ ਹੈ, ਸੋ ਕਿ ਟੋਟਲ ਬਾਰਡਰ ਦੀ ਕੰਟਰੋਲਿੰਗ ਜਿਹੜੀ ਆ ਉਹ ਤਾਂ ਸਾਡੀ ਸੈਂਟਰ ਗਵਰਨਮੈਂਟ ਦੇ ਅੰਡਰ ਆ। ਦੇਖੋ ਉੱਥੇ ਕਿਹੜੀਆਂ ਫੋਰਸਸ ਲੱਗੀਆਂ ਹੋਈਆਂ ਨੇ, ਬੀਐਸਐਫ ਵੀ ਲੱਗੀ ਹੋਈ ਆ, ਜਿਹਦਾ ਕੰਮ ਬਾਰਡਰ ਸਿਕਿਉਰਿਟੀ ਫੋਰਸਸ ਆ, ਉਹਦਾ ਦੂਜਾ ਕੰਮ ਤੇ ਹੈ ਹੀ ਨਹੀਂਗਾ ਸਿਵਲਿਅਨ ਏਰੀਆ ਦੇ ਵਿੱਚ ਆਉਣ ਦਾ। ਠੀਕ ਹੈ, ਸੀਆਰਪੀ ਦੇ ਜਵਾਨ ਵੀ ਥੋੜੇ ਉਸ ਸਾਈਡ ਤੇ ਲੱਗੇ ਨੇ, ਈਵਨ ਦਨ ਆਰਮੀ ਵੀ ਹੈਗੀ, ਈਵਨ ਦਨ ਰॉ ਵੀ ਲੱਗੀ ਹੋਈ ਆ। ਠੀਕ ਹੈ, ਸੋ ਇਹਦਾ ਮਤਲਬ ਹੈ ਕਿ ਇੰਨੀਆਂ ਫੋਰਸਸ ਦੀ ਉੱਥੇ ਪੈਣੀ ਨਜ਼ਰ ਹੋਣ ਦੇ ਬਾਵਜੂਦ ਅਗਰ ਤਸਕਰੀ ਹੋ ਰਹੀ ਹੈ ਨਸ਼ੇ ਦੀ, ਚਾਹੇ ਹਥਿਆਰਾਂ ਦੀ ਤਸਕਰੀ ਹੋ ਰਹੀ ਹੈ, ਚਾਹੇ ਉਹ ਟੈਰਰਿਜ਼ਮ ਦੇ ਨਾਲ ਰਿਲੇਟਡ ਕੁਝ ਚੀਜ਼ਾਂ ਹੁੰਦੀਆਂ ਨੇ, ਫੇਲ ਕੌਣ ਹੈ? ਸਾਡੀ ਸੈਂਟਰ ਗਵਰਨਮੈਂਟ ਦੀ ਲਾਅ ਮਿਨਿਸਟਰੀ। ਐਂਡ ਉਹਦੇ ਤੇ ਅਮਿਤ ਸ਼ਾਹ ਜੀ ਜਿਹੜੇ ਨੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਸੀਗਾ, ਬਿਕੋਜ਼ ਆਫ ਟੋਟਲੀ ਫੇਲ ਨੇ। ਅਸੀਂ ਕਿਉਂਕਿ ਅਸੀਂ ਦਮ ਕੱਲਾ, ਕਿਉਂਕਿ ਜੇ ਬਾਰਡਰ ਸਟੇਟ ਕੱਲੀ ਪੰਜਾਬ ਨਹੀਂ ਆ, ਬਹੁਤ ਸਾਰੀਆਂ ਹੋਰ ਰਾਜਸਥਾਨ ਵੀ ਹੈਗੀ ਹੈ। ਠੀਕ ਹੈ ਨਾ, ਸੋ ਤਕਰੀਬਨ ਬਹੁਤ ਸਾਰੀਆਂ ਸਟੇਟਾਂ ਦੇ ਨਾਲ ਬਾਰਡਰ ਲੱਗ ਰਿਹਾ। ਠੀਕ, ਸੋ ਉਹਦੇ ਤੇ ਜੇ ਫੇਲ ਹੋ ਰਿਹਾ ਤੇ ਉਹ ਸੈਂਟਰ ਗਵਰਨਮੈਂਟ ਹੋ ਰਹੀ ਹੈ, ਬੀਜੇਪੀ ਸਰਕਾਰ ਹੋ ਰਹੀ। ਬੀਜੇਪੀ ਦੇ ਨੁਮਾਇੰਦਿਆਂ ਨੂੰ ਇਹ ਕਹਿਣ ਦਾ ਕੋਈ ਹੱਕ ਹੀ ਨਹੀਂ ਹੈਗਾ ਕਿ ਦੇਖੋ ਜੀ ਇਹ ਤਸਕਰੀ ਜਿਹੜੀ ਸੀਗੀ ਉਹ ਵੱਧ ਗਈ ਆ, ਕਿਉਂਕਿ ਉਹ ਖੁਦ ਇਹਦੇ ਜ਼ਿੰਮੇਵਾਰ ਨੇ। ਹੁਣ ਆਪਾਂ ਗੱਲ ਕੀਤੀ ਹੈ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਸੀ, ਉਹਨਾਂ ਵੱਲੋਂ ਡੈਪੂਟੇਸ਼ਨ ਜਿਹੜੀ ਹੈ ਉਹ ਕੀਤੀ ਗਈ ਸੀਗੀ, ਜਦੋਂ ਉਹਨਾਂ ਨੇ ਬੀਐਸਐਫ ਦੇ ਜਵਾਨਾਂ ਨੂੰ ਆਪਣੀਆਂ ਜੇਲ੍ਹਾਂ ਸੌਂਪ ਦਿੱਤੀਆਂ, ਤੁਸੀਂ ਇਹੀ ਗੱਲ ਆਖੀ ਹੈ। ਹੁਣ ਇੱਥੇ ਮੈਂ ਪੁੱਛਣਾ ਚਾਹੂੰਗੀ ਕਿ ਜਦੋਂ ਉਹਨਾਂ ਨੇ ਜਦੋਂ ਜੇਲ੍ਹ ਮੰਤਰੀ ਸੀ ਜਦ ਸੌਂਪ ਦਿੱਤੀ, ਇਸ ਟਾਈਮ ਤੇ ਉਪ ਮੁੱਖ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਫਿਰ ਹੁਣ ਸਰਵਦਲੀय ਬੈਠਕ ਬੁਲਾਉਣ ਦੀ ਕੀ ਜ਼ਰੂਰਤ ਸੀ? ਦੇਖੋ ਇਹਨੂੰ ਕਹੀਏ ਇਹ ਟੋਟਲੀ ਆਈ ਵਾਸ਼ ਹੈ। ਦੇਖੋ ਲੋਕਾਂ ਦੇ, ਆਮ ਲੋਕਾਂ ਦੇ ਵਿੱਚ ਚਰਚਾ ਚੱਲੇਗੀ, ਦੇਖੋ ਜੀ ਸਾਡੇ ਮੌਜੂਦਾ ਮੁੱਖ ਮੰਤਰੀ ਸਾਹਿਬ ਕਿੰਨੇ ਸੁਹਿਰਦ ਨੇ। ਠੀਕ ਹੈ, ਕਿ ਦੇਖੋ ਜੀ ਉਹਨਾਂ ਸਰਵਦਲੀय ਬੈਠਕ ਬੁਲਾਈ ਹੈ, ਸੋ ਉਹਦੇ ਵਿੱਚ ਅਸੀਂ ਫੈਸਲਾ ਲਵਾਂਗੇ, ਅਸੀਂ ਉੱਥੇ ਫੈਸਲਾ ਕਰਾਂਗੇ, ਅਸੀਂ ਸੈਂਟਰ ਗਵਰਨਮੈਂਟ ਦੇ ਕਾਲੇ ਕਾਨੂੰਨ ਵੀ ਪਾਸ ਨਹੀਂ ਹੋਣ ਦੇਵਾਂਗੇ, ਅਸੀਂ ਬਾਰਡਰ ਸਿਕਿਉਰਿਟੀ ਜਿਹੜੀ ਫੋਰਸਸ ਜਿਹੜੀ ਵੱਧ ਰਹੀ ਹੈ ਅਸੀਂ ਉਹਦੇ ਤੇ ਵੀ ਗੱਲਬਾਤ ਚਰਚਾ ਕਰਾਂਗੇ। ਉਹ ਤਾਂ ਚੀਜ਼ ਹੋ ਚੁੱਕੀ ਜੀ, ਇੰਪੋਜ਼ ਹੋ ਚੁੱਕੀ, ਹੁਣ ਲੋਕ ਵਿਰੋਧ ਹੀ ਕਰ ਰਹੇ ਨੇ। ਪਰ ਪ੍ਰੋਬਲਮ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਸਾਡੇ ਜਿੰਨੇ ਵੀ ਮੁੱਖ ਮੰਤਰੀ ਹੋਏ ਨੇ, ਦੇਖੋ ਪਿਛਲੇ ਦਿਨੀ ਤੁਸੀਂ ਇਹ ਵੀ ਪੜ੍ਹਿਆ ਕਿਸੇ ਆਰਟੀਆਈ ਐਕਟਿਵਿਸਟ ਨੇ, ਠੀਕ ਹੈ, ਲੁਧਿਆਣੇ ਤੋਂ ਇੱਕ ਆਰਟੀ ਪਾ ਕੇ ਇਹ ਇਨਫੋਰਮੇਸ਼ਨ ਲਈ ਹੈ ਕਿ 2.5 ਅਰਬ ਰੁਪਈਆ ਸਾਡੇ ਸਾਬਕਾ ਸੀਐਮ ਜਿਹੜੇ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸੀਐਮ ਪ੍ਰਕਾਸ਼ ਸਿੰਘ ਜੀ ਬਾਦਲ ਐਂਡ ਨਾਲ ਦੀ ਨਾਲ ਮੌਜੂਦਾ ਸੀਐਮ ਜਿਹੜੇ ਚੰਨੀ ਸਾਹਿਬ ਨੇ, ਇਹਨਾਂ ਨੇ 2.5 ਅਰਬ ਰੁਪਈਆ ਸਿਰਫ ਇੱਕ ਐਡਵਰਟਾਈਜ਼ਮੈਂਟ ਵਾਸਤੇ ਖਰਚ ਕੀਤਾ ਪ੍ਰਿੰਟ ਮੀਡੀਆ ਦੇ ਉੱਤੇ। ਠੀਕ ਹੈ, ਜਿਹੜੀ ਐਡਵਰਟਾਈਜ਼ਮੈਂਟ ਅੱਜ ਵੀ ਤੁਸੀਂ ਹੋਲਡਿੰਗ ਦੇਖ ਰਹੇ ਹੋ ਵੀ ਜਿੱਥੇ ਵੀ ਕਿਤੇ ਗਏ ਚੰਨੀ ਸਾਹਿਬ ਉਹਦੀ ਐਡਵਰਟਾਈਜ਼ਮੈਂਟ ਲੱਗ ਰਹੀ, ਜਿੱਥੇ ਕਿਤੇ ਸੀਐਮ ਸਾਹਿਬ ਗਏ ਸੀ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਚਾਹੇ ਬਾਦਲ ਸਾਹਿਬ, ਹਰ ਇੱਕ ਜਗ੍ਹਾ ਤੇ ਇੱਕ ਫੋਟੋ ਸੈਸ਼ਨ ਹੀ ਕਿਉਂ ਹੋ ਰਿਹਾ? ਅੱਜ ਅਸੀਂ ਕੋਈ ਕਹਿ ਰਿਹਾ ਕਿ ਇਹ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ, ਨਹੀਂ, ਇਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚੰਨੀ ਸਾਹਿਬ ਨੇ ਕੀਤਾ, ਇਹ ਕੈਪਟਨ ਸਾਹਿਬ ਨੇ ਕੀਤਾ। ਉਹ ਮੁੱਖ ਮੰਤਰੀ ਪੰਜਾਬ ਦੇ ਨੇ, ਉਹਨਾਂ ਦਾ ਨਾਮ ਖਤਮ ਹੈ, ਉਹ ਮੁੱਖ ਮੰਤਰੀ ਨੇ, ਬਟ ਅਸੀਂ ਹਰ ਇੱਕ ਜਗ੍ਹਾ ਤੇ ਉਹਨਾਂ ਦੀ ਵੱਡੀ ਫੋਟੋ ਕਰਕੇ ਕੋਈ ਵੀ ਚੀਜ਼ ਆ ਉਹਦੀ ਪਬਲਿਸਿਟੀ ਲੈਣਾ ਚਾਹੁੰਦੇ। ਸਾਡਾ ਫੋਕਸ ਸਿਰਫ ਪਬਲਿਸਿਟੀ ਤੇ ਆ। ਸਰਕਾਰ ਨੂੰ ਪਬਲਿਸਿਟੀ ਦੀ ਲੋੜ ਆ। ਮਨਪ੍ਰੀਤ ਜੀ ਇੱਕ ਚੀਜ਼ ਮੈਂ ਸਿੰਪਲ ਜੀ ਆ ਕਿ ਕੋਈ ਵੀ ਫਰਮ ਹੋਵੇ ਉਹਨੂੰ ਤਾਂ ਪਬਲਿਸਿਟੀ ਦੀ ਲੋੜ ਆ ਕਿ ਮੇਰਾ ਮਾਲ ਵਿਕੇਗਾ, ਕੀ ਸਰਕਾਰ ਨੂੰ ਪਬਲਿਸਿਟੀ ਦੀ ਲੋੜ ਹੈ? ਇਲੈਕਸ਼ਨ ਆ ਰਹੇ ਨੇ ਜੀ, ਮੈਨੂੰ ਤਾਂ ਲੱਗਦਾ ਕਿ ਲੋੜ ਆ, ਹਰ ਇੱਕ ਪਾਰਟੀ ਅੱਜ ਦੇ ਟਾਈਮ ਤੇ ਆਪਣੇ ਆਪ ਨੂੰ ਪਬਲਿਸਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇੱਥੇ ਇਹ ਗੱਲ ਆਈ ਕਿ ਇਹ ਪਾਰਟੀ ਨਹੀਂ, ਇਹ ਸਰਕਾਰ ਦੀ ਪਬਲਿਸਿਟੀ ਹੋ ਰਹੀ ਆ। ਪਰ ਇਹਦਾ ਮਤਲਬ ਹੈ ਕਿ ਜਿਹੜੀ ਮੌਜੂਦਾ ਸਰਕਾਰ ਦੇ ਪੈਸੇ ਨੂੰ, ਜਿਹੜੇ ਆਮ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਕਾਂਗਰਸ ਯੂਟਿਲਾਈਜ਼ ਕਰਦੀ, ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਵੇ ਦੇ ਵਿੱਚ। ਦੇ ਵਾਂਟ ਟੂ ਪ੍ਰਮੋਟ ਐਜ਼ ਅ ਪਰਸਨ। ਇਹ ਪਰਸਨ ਦਾ ਖਜ਼ਾਨਾ ਖਾਲੀ ਹੈ, ਬਿਲਕੁਲ ਇਹ ਪਰਸਨ ਸੈਂਟਰਿਕ ਪੋਲਿਟਿਕਸ ਹੋ ਗਈ ਆ, ਕਿਉਂਕਿ ਖਜ਼ਾਨਾ ਖਾਲੀ ਹੈ। ਦੇਖੋ ਮੌਜੂਦਾ ਜਿੱਦਾਂ ਹੀ ਹੁਣ ਸੀਐਮ ਸਾਹਿਬ ਆਏ ਨੇ, ਉਹਨਾਂ ਨੇ ਆਉਂਦਿਆਂ ਹੀ ਤਕਰੀਬਨ 4 ਕਰੋੜ 20 ਲੱਖ ਰੁਪਏ ਦੀਆਂ ਗੱਡੀਆਂ ਆਪਣੇ
ਐਮਐਲਏਜ਼ ਨੂੰ ਵੀ ਦੇਤੀਆਂ। ਖਜ਼ਾਨਾ ਖਾਲੀ ਆ ਤੇ ਜਿਹੜੀ ਐਡਵਰਟਾਈਜ਼ਮੈਂਟ ਦਾ ਪੈਸਾ ਕਿੱਥੋਂ ਆ ਰਿਹਾ ਹੈ? ਠੀਕ ਆ, ਸਵਾਲ ਇਹ ਤੁਸੀਂ ਹੋਰ ਕੰਮਾਂ ਲਈ ਕਰ ਨਹੀਂ ਰਹੇ। ਤੁਸੀਂ ਕਿਸੇ ਦੀ ਸ਼ਾਦੀ ਤੇ ਜਾ ਰਹੇ ਹੋ, ਤੁਸੀਂ ਉਹਦੀ ਵੀ ਦੇਖੋ ਪਿਕ ਵੱਡੀ ਕਰਕੇ ਲਗਾ ਰਹੇ ਹੋ। ਠੀਕ ਆ, ਤੁਸੀਂ ਕੀਤਾ, ਇਟ ਇਜ਼ ਯੂਰ ਡਿਊਟੀ। ਤੁਸੀਂ ਸੀਐਮ ਹੋ, ਵਾਈ ਯੂ ਵਾਂਟ ਟੂ ਪ੍ਰਮੋਟ ਇਟ? ਸਵਾਲ ਇਹ ਹੈ, ਪ੍ਰਮੋਸ਼ਨ ਸਿਰਫ ਇੱਕ ਕਿਸੇ ਵੀ ਕੰਪਨੀ ਨੂੰ ਆ ਕਿ ਮੇਰਾ ਮਾਲ ਵਿਕੇ। ਸਰਕਾਰ ਦਾ ਕਿਹੜਾ ਮਾਲ ਵਿਕਣਾ ਜੀ? ਸਰਕਾਰ ਦੀ ਉਹ ਡਿਊਟੀ ਆ, ਮੋਰਲ ਡਿਊਟੀ ਆ ਸੀਐਮ ਸਾਹਿਬ ਦੀ। ਠੀਕ ਹੈ, ਅੱਜ ਕਿਸੇ ਵੀ ਅਖਬਾਰ 'ਚ ਦੇਖ ਲਓ ਜੀ, ਕੋਈ ਗੱਡੀ ਹੋਵੇ ਚਾਹੇ ਉਹ ਬੱਸਾਂ ਦੇ ਪਿੱਛੇ ਜਿਹੜੀ ਐਡਵਰਟਾਈਜ਼ਮੈਂਟ ਲੱਗਦੀ, ਕੀ ਲੋੜ ਆ ਸਾਨੂੰ ਐਡਵਰਟਾਈਜ਼ਮੈਂਟ ਕਰਨ ਦੀ? ਵਾਈ ਵੀ ਵਾਂਟ ਟੂ ਵੇਸਟ ਆਵਰ ਜਿਹੜੀ ਟੈਕਸਸ ਮਨੀ? ਠੀਕ ਹੈ, ਉਹ ਕਿਉਂ ਨਹੀਂ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾਂਦਾ? ਉਸ ਐਡਵਰਟਾਈਜ਼ਮੈਂਟ ਨੇ ਸਾਨੂੰ ਕੀ ਦੇਣਾ? ਜੇ ਦੇਖੋ ਨਾ, ਆਮ ਬੰਦੇ ਨੂੰ ਉਹਨੇ ਕੀ ਦੇਣਾ? ਜਸਟ ਅਸੀਂ ਉਹ ਫੇਸ ਪ੍ਰਮੋਟ ਕਰ ਰਹੇ ਹਾਂ। ਠੀਕ ਹੈ, ਸਰਕਾਰ ਦੇ ਨਾਮ ਹੇਠ ਉੱਥੇ ਤੁਸੀਂ ਅੱਜ ਵੀ ਐਡਵਰਟਾਈਜ਼ਮੈਂਟ ਦੇਖੋ ਨਿਊਜ਼ਪੇਪਰਾਂ 'ਚ ਲੱਗੀ ਆ, ਉੱਥੇ ਆ ਰਿਹਾ ਜੀ ਸਾਡੇ ਮੌਜੂਦਾ ਮੁੱਖ ਮੰਤਰੀ ਚੰਨੀ ਸਾਹਿਬ ਤੇ ਸਾਡੇ ਹੋਰ ਪਰਸਨਸ ਵੱਲੋਂ ਦੇਖੋ ਜੀ ਆਹ ਉਪਰਾਲੇ ਕੀਤੇ ਗਏ, ਜਦ ਕਿ ਉਹ ਡਿਊਟੀ ਹੈ, ਉਹ ਮੰਤਰੀ ਨੇ। ਠੀਕ ਹੈ, ਉਹ ਤਨਖਾਹ ਲੈ ਰਹੇ ਨੇ, ਉਹ ਉਹਨਾਂ ਦੀ ਮੋਰਲ ਡਿਊਟੀ ਹੈਗੀ ਆ, ਉਹ ਸੀਐਮ ਸਾਹਿਬ ਦੀ ਡਿਊਟੀ ਹੈਗੀ ਆ। ਠੀਕ ਹੈ, ਉਹ ਸਰਕਾਰ ਦਾ ਕੰਮ ਹੈ, ਨਾ ਕਿ ਉਹ ਇੱਕ ਇਕੱਲੇ ਪਰਸਨ ਦਾ। ਪਰ ਇਕੱਲੇ ਪਰਸਨ ਦਾ ਹੁੰਦਾ, ਤੁਸੀਂ ਕਰੋ ਨਾਰਮਲੀ ਕਰੋ ਨਾ। ਤੁਸੀਂ ਕਰੋ ਕਿ ਸਾਡੇ ਸੀਐਮ ਸਾਹਿਬ ਜਿਹੜੇ ਨੇ ਚੰਨੀ ਸਾਹਿਬ ਨੇ ਆਪਣੀ ਜੇਬ ਦੇ ਵਿੱਚੋਂ 10 ਲੱਖ ਰੁਪਈਆ ਫਲਾਣੇ ਪਰਿਵਾਰ ਨੂੰ ਦਿੱਤਾ। ਠੀਕ ਹੈ ਜੀ, ਮਜ਼ਾ ਆਉਂਦਾ। ਤੁਸੀਂ ਤਨਖਾਹ ਲੈ ਰਹੇ ਹੋ, ਤੁਸੀਂ ਕਹੋ ਜੀ ਇਸ ਮਹੀਨੇ ਦੀ ਤਨਖਾਹ ਮੈਂ ਜਿਹੜੀ ਆ ਇਸ ਗਰੀਬ ਪਰਿਵਾਰ ਦੇ ਲਈ ਦੇਤੀ ਜਾਂ ਇਸ ਗਰੀਬ ਬੱਚੇ ਦੀ ਪੜ੍ਹਾਈ ਲਈ ਦੇਤੀ, ਵਿਚ ਇਜ਼ ਨਾਟ ਹੈਪਨਡ। ਠੀਕ ਹੈ ਜੀ, ਸੋ ਇੱਕ ਇੱਕ ਤੁਸੀਂ ਕਹਿ ਰਹੇ ਕਿ ਇੱਕ ਚਲਾਨ ਦੇ ਪੈਸੇ ਉਹਨਾਂ ਨੇ ਭਰ ਕੇ ਚੰਡੀਗੜ੍ਹ ਦੇ ਵਿੱਚ ਕਿਸੇ ਬਜ਼ੁਰਗ ਦੇ, ਉੱਤੇ ਵੀ ਪਬਲਿਸਿਟੀ ਖੱਟੀ ਜੀ। ਸੋ ਇਹ ਅੱਜ ਪਬਲਿਸਿਟੀ ਦਾ ਦੌਰ ਹੈ ਜਸਟ, ਬਟ ਜਿਹੜੀ ਮੇਨ ਫੋਕਸ ਹੈਗਾ ਉਸ ਏਰੀਏ ਦੇ ਵਿੱਚ ਅੱਜ ਪੰਜਾਬ ਦਾ ਦੇਖੋ ਜੀ, ਬੱਚਾ ਤਰਸ ਰਿਹਾ ਪੜ੍ਹਾਈ ਨੂੰ। ਠੀਕ ਹੈ, ਹਸਪਤਾਲ ਤਰਸ ਰਹੇ, ਤਰਾਸਦੀ ਦੀ ਹਾਲਾਤ ਦੇ ਵਿੱਚ ਨੇ, ਲੋਕ ਇਲਾਜ ਲਈ ਤਰਸ ਰਹੇ ਨੇ। ਠੀਕ ਹੈ ਸਰ, ਸੜਕਾਂ ਤਰਸ ਰਹੀਆਂ ਨੇ ਕਿ ਸੜਕਾਂ ਦੇ ਵਿੱਚ ਟੋਏ ਪਏ ਹੋਏ ਨੇ, ਬੁਰੇ ਹਾਲਾਤ ਨੇ ਪੰਜਾਬ ਦੇ। ਠੀਕ ਹੈ, ਇੰਡਸਟਰੀ ਜਿਹੜੀ ਆ ਉਹ ਖਤਮ ਹੋਣ ਦੀ ਕਗਾਰ ਤੇ ਆ, ਆਖਰੀ ਸਾਹਾਂ ਤੇ ਖੜੀ ਹੈਗੀ ਆ। ਕਿਹੜੀ ਚੀਜ਼ ਜਿਹੜੀ ਡਿਵੈਲਪ ਹੋ ਰਹੀ ਆ, ਉਹ ਤੁਸੀਂ ਕਾਹਦਾ ਦਮ ਭਰ ਰਹੇ ਹੋ? ਤੁਸੀਂ ਕਾਹਦੀ ਪਬਲਿਸਿਟੀ ਕਰ ਰਹੇ ਹੋ? ਕਰਕੇ ਤਾਂ ਦਿਖਾਓ। ਜੇ ਤੁਸੀਂ ਕੋਈ ਕੰਮ ਕੀਤਾ ਹੋਵੇ, ਲੋਕ ਤੁਹਾਡੇ ਪੋਸਟਰ ਲਗਾਉਣ ਕਿ ਆਹ ਚੀਜ਼ ਜਿਹੜੀ ਜੀ ਸਾਡੇ ਇਸ ਮੁੱਖ ਮੰਤਰੀ ਨੇ ਜਾਂ ਸਰਕਾਰ ਨੇ ਕੀਤੀ, ਨਾ ਕਿ ਸਰਕਾਰ ਨੂੰ ਖੁਦ ਲੋੜ ਹੈ। ਆਪਣੇ ਮੂੰਹ ਮੀਆਂ ਮਿੱਠੂ ਹੋਣ ਵਾਲੀ ਗੱਲ ਜਿਹੜੀ ਹੁੰਦੀ ਨਾ, ਉਹ ਤੁਸੀਂ ਵੀ ਜਾਣਦੇ ਹੋ, ਉਹ ਕੌਣ ਹੋ ਸਕਦਾ? ਸੋ ਸਾਬਕਾ ਸੀਐਮ ਵੱਲੋਂ ਵੀ ਅੱਜ ਜਿਹੜਾ ਧਮਾਕਾ ਕੀਤਾ ਜਾ ਸਕਦਾ, ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ, ਇਹਦੇ ਤੇ ਕੀ ਪ੍ਰਤੀਕਿਰਿਆ, ਕੀ ਲੱਗਦਾ ਵੀ ਕੀ ਹੋਊਗਾ? ਕਿਉਂਕਿ ਪਹਿਲਾਂ ਹੀ ਕਲੀਅਰ ਸੀ ਕਿ ਗਠਬੰਧਨ ਜਿਹੜਾ ਬੀਜੇਪੀ ਦੇ ਨਾਲ ਤੇ ਹੋਊਗਾ ਹੀ। ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਖੇਤੀ ਕਾਨੂੰਨਾਂ ਦੇ ਨਾਲ ਇਹਨੂੰ ਜੋੜਿਆ ਜਾ ਸਕਦਾ? ਮਨਪ੍ਰੀਤ ਜੀ ਦੇਖੋ, ਇਸੇ ਮੈਂ ਇਹ ਗੱਲ ਕਹੂੰਗਾ ਕਿ ਅੱਜ ਉਹ ਕਹਿੰਦੇ ਨਾ ਉੱਤਰ ਕਾਟੋ ਮੈਚੜਾਂ ਵਾਲੀ ਗੱਲ ਹੋ ਗਈ। ਜਦੋਂ ਕੁਰਸੀ ਦੀਆਂ ਲੱਤਾਂ ਬਿਲਕੁਲ ਸਾਬਤ ਸੂਰਤ ਸੀ, ਘੁਣ ਤਾਂ ਲੱਗਿਆ ਨਹੀਂ ਸੀ। ਠੀਕ ਆ, ਪਰ ਅੰਦਰ ਖਾਤੇ ਉਹ ਘੁਣ ਜਿਹੜਾ ਸੀਗਾ ਪਾਰਟੀ ਲੈਵਲ ਤੇ ਲੱਗਿਆ। ਕੁਰਸੀ ਦੀਆਂ ਲੱਤਾਂ ਟੁੱਟਣ ਲੱਗਿਆ, ਸੀਐਮ ਸਾਹਿਬ ਨੂੰ ਪਤਾ ਨਹੀਂ ਲੱਗਿਆ। ਉਹ ਪਹਿਲਾਂ ਉੱਠ ਖੜੇ, ਚਲੋ ਮੈਂ ਅਸਤੀਫਾ ਦੇ ਦਾਂ, ਲੱਤਾਂ ਟੁੱਟ ਚੁੱਕੀਆਂ ਸੀ। ਜਦੋਂ ਅਸੀਂ ਇਸ ਲੈਵਲ ਤੱਕ ਚਲੇ ਜਾਈਏ ਤੇ ਤੁਹਾਨੂੰ ਮੌਜੂਦਾ ਆਪ ਅਸਤੀਫਾ ਦੇਣਾ ਪੈ ਜੇ, ਇਹ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਕੋਈ ਨਹੀਂ। ਜਿੱਥੇ ਕਿ ਤੁਸੀਂ ਇਹ ਦਮ ਭਰੇ ਸੀਗੇ ਆਉਣ ਵਾਲੇ ਸਮੇਂ 'ਚ ਵੀ ਮੈਂ ਮੁੱਖ ਮੰਤਰੀ ਬਣਾਂਗਾ, ਪੋਸਟਰ ਵੀ ਲੱਗੇ ਸੀ ਵੱਡੇ ਵੱਡੇ ਕਿ 2022 ਦੇ ਵਿੱਚ ਵੀ ਕੈਪਟਨ ਦੀ ਸਰਕਾਰ। ਇਹ ਕਿਉਂ ਟੁੱਟੀਆਂ? ਕਿਉਂਕਿ ਜਦੋਂ ਅਸੀਂ ਕੈਪਟਨ ਦੀ ਸਰਕਾਰ ਕਹਿੰਦੇ ਸੀ, ਜੇ ਤੁਸੀਂ ਪੰਜਾਬ ਦੀ ਸਰਕਾਰ ਹੋਵੇ ਤਾਂ ਤੁਸੀਂ ਕੁਝ ਕਰਦੇ। ਤੁਹਾਡੇ 4 ਸਾਲ 4.5 ਸਾਲ ਤੁਸੀਂ ਕੀਤਾ ਹੀ ਕੁਝ ਨਹੀਂ। ਅੱਜ ਤੁਸੀਂ ਪਾਰਟੀ ਬਣਾ ਕੇ ਕੀ ਲੋਕਾਂ ਨੂੰ, ਦੈਟ ਇਜ਼ ਆਲਸੋ ਆਈ ਵਾਸ਼ ਕਿ ਮੈਂ ਦੇਖੋ ਜੀ ਹੁਣ ਹੋ ਸਕਦਾ ਵੀ ਕਾਂਗਰਸ ਵੱਲੋਂ ਮੈਨੂੰ ਟਿਕਟ ਨਾ ਮਿਲੇ, ਅਕਾਲੀਆਂ ਵੱਲ ਮੈਂ ਜਾਣ ਜੋਗਾ ਨਹੀਂ ਰਿਹਾ। ਠੀਕ ਹੈ ਜੀ, ਬੀਜੇਪੀ ਦੀ ਟਿਕਟ ਮਿਲਦੀ ਆ, ਲੋਕ ਜੁੱਤੀਆਂ ਮਾਰ ਰਹੇ। ਠੀਕ ਹੈ, ਤਾਂ ਕਿਉਂ ਨਾ ਆਪਣਾ ਨਵਾਂ ਇੱਕ ਫੁੱਲ ਖੜਾ ਲਈਏ ਜੀ। ਠੀਕ ਹੈ ਜੀ, ਸੋ ਪਾਰਟੀ ਬਣਾ ਕੇ ਜਸਟ ਇਹ ਹੈ ਕਿ ਹਰ ਇੱਕ ਨੂੰ ਲੱਗੇਗਾ ਵੀ ਹਾਂ ਜੀ ਇਹ ਚੀਜ਼ਾਂ ਸਿਰਫ ਵੋਟ ਕਟੂ ਵਾਲੀ ਇਹਨਾਂ ਨੇ ਕੰਮ ਕਰਨਾ। ਠੀਕ ਹੈ, ਇੱਥੋਂ ਤੱਕ ਆ ਕਿ ਮੈਂ ਇਹ ਬੜੀ ਕਲੀਅਰਲੀ ਕਹਿ ਸਕਦਾ ਵੀ ਜਿੱਥੋਂ ਵੀ ਕਿਤੇ ਕੈਪਟਨ ਸਾਹਿਬ ਲੜਨਗੇ, ਮੂੰਹ ਦੀ ਖਾਣਗੇ, ਹਾਰਨਗੇ ਵੀ। ਠੀਕ ਹੈ, ਸੋ ਉਹ ਇਹ ਗੱਲ ਕਰ ਰਹੇ ਨੇ। ਅੱਜ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਕਿ ਜਿਹੜੇ ਕਿਸਾਨਾਂ ਦੇ ਮੁੱਦੇ ਹੱਲ ਕਰਨ ਵਾਲੀ, ਜੇ ਮੁੱਦੇ ਹੱਲ ਕਰਨੇ ਹੁੰਦੇ ਨਾ, ਜਦੋਂ ਪਾਵਰ ਸੀ ਉਦੋਂ ਕਰ ਸਕਦੇ, ਅੱਜ ਤੋਂ ਜ਼ੀਰੋ ਨੇ। ਠੀਕ ਹੈ, ਕੱਲ ਵੀ ਦੇਖਿਆ ਤੁਸੀਂ ਨਿਊਜ਼ ਦੇ ਵਿੱਚ ਅਮਿਤ ਸ਼ਾਹ ਜੀ ਨੇ ਟਾਈਮ ਨਹੀਂ ਦਿੱਤਾ ਉਹਨਾਂ ਨੂੰ ਮਿਲਣ ਦਾ। ਇੱਥੋਂ ਪਤਾ ਲੱਗਦਾ ਨਾ ਕਿ ਇਸ ਲੈਵਲ ਤੱਕ ਆ। ਕਾਹਦੇ ਵਾਸਤੇ ਅਸੀਂ ਮੀਟਿੰਗਾਂ ਕਰ ਰਹੇ ਹਾਂ? ਜਦੋਂ ਲੋੜ ਸੀ ਮੀਟਿੰਗਾਂ ਦੀ ਉਦੋਂ ਤਾਂ ਕੀਤੀਆਂ ਨਹੀਂ ਅਸੀਂ, ਉਦੋਂ ਅਸੀਂ ਕੁਝ ਕੀਤਾ ਨਹੀਂ। ਉਦੋਂ ਤਾਂ ਅਸੀਂ ਚੁੱਪ ਕਰਕੇ ਮਹਿਲਾਂ ਦੇ ਵਿੱਚ ਠੀਕ ਹੈ ਸਿਰ ਥੱਲੇ ਸਰਾਣਾ ਦੇ ਕੇ ਸੁੱਤੇ ਹੋਏ ਸੀ, ਨਿਕਲੇ ਹੀ ਨਹੀਂ। ਕਰੋਨਾ ਕਾਲ 'ਚ ਲੋਕੀ ਤਰਾਸ ਹੋਏ। ਦੇਖੋ ਜਦੋਂ ਜਿਹੜਾ ਸਮਾਂ ਸੀ, ਮੈਂ ਇਹ ਗੱਲ ਛੋਟੀ ਜਿਹੀ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪੁੱਛ ਲੈਣਾ ਵੀ ਪੰਜਾਬ ਦੇ 22 ਜ਼ਿਲ੍ਹੇ ਸੀ ਜਦੋਂ ਉਹਨਾਂ ਦਾ ਸਮਾਂ ਸੀਗਾ, ਉਸ ਤੋਂ ਬਾਅਦ 23ਵਾਂ ਜ਼ਿਲ੍ਹਾ ਵੀ ਉਹਨਾਂ ਨੇ ਬਣਾਇਆ ਮਲੇਰਕੋਟਲਾ। 23 ਜ਼ਿਲ੍ਹਿਆਂ ਦੇ ਵਿੱਚ ਕੀ 23 ਵਾਰੀ ਉਹ ਗਏ ਹੋਣਗੇ? ਸਵਾਲ ਨਹੀਂ ਪੈਦਾ ਹੁੰਦਾ। ਸਵਾਲ ਇਹੀ ਹੈ ਕਿ ਜਦੋਂ ਅਸੀਂ ਸਾਡੀ ਡਿਊਟੀ ਬਣਦੀ ਆ, ਹਰ ਇੱਕ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਵੀ ਇੱਕ ਡਿਊਟੀ ਬਣਦੀ ਆ। ਦੇਖੋ ਕਿੰਨਾ ਸਮਾਂ ਲੱਗਦਾ, 23 ਦਿਨ 5 ਸਾਲਾਂ 'ਚ ਕੋਈ ਤੇ ਦਿਨ ਕੱਢ ਨਹੀਂ ਸਕਦੇ ਵੀ ਹਰ ਜ਼ਿਲ੍ਹੇ 'ਚ ਇੱਕ ਦੌਰਾ ਕੀਤਾ ਜਾਵੇ, ਉੱਥੋਂ ਦੇ ਲੋਕਾਂ ਦੀ ਮੁਸ਼ਕਲਾਂ ਸੁਣੀਆਂ ਜਾਣ, ਉੱਥੋਂ ਦੇ ਮੌਜੂਦਾ ਐਮਐਲਏਜ਼ ਵੀ ਹੁੰਦੇ ਨੇ, ਉੱਥੋਂ ਦੇ ਇੱਕ ਮਿਨਿਸਟਰੀ ਅਲੱਗ ਹੈਗੀ ਆ
ਕਿਹੜਾ ਬੰਦਾ ਵਾ ਜਿਹੜਾ ਸੁਣਦਾ ਜਾ ਕੇ। ਸਿਰਫ ਅਸੀਂ ਕੁਰਸੀ ਤੇ ਬਿਰਾਜਮਾਨ ਹੋ ਜਾਂਦੇ ਆ। ਅਸੀਂ ਦਿੱਲੀ ਵੱਲ ਨੂੰ ਵੀ ਹੀਰਾ ਕੱਤ ਸਕਦੇ ਆ ਕਿ ਸੋਨੀਆ ਗਾਂਧੀ ਜਿਹੜੇ ਉਹਦੇ ਗੋਟੇ ਕੁੱਟ ਲਈਏ ਜਾ ਕੇ, ਉੱਥੋਂ ਸਾਨੂੰ ਕੁਝ ਮਿਲ ਜਾਏਗਾ। ਪਰ ਜਿੰਨਾ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਦੇਣਾ, ਉਧਰ ਨੂੰ ਤਾਂ ਤੁਸੀਂ ਮੂੰਹ ਹੀ ਨਹੀਂ ਕਰਦੇ। ਮਨਪ੍ਰੀਤ, ਸਵਾਲ ਸਾਡਾ ਇਹੀ ਆ, ਕਿਹੜਾ ਬੰਦਾ ਆਮ ਲੋਕਾਂ ਦੀ ਮੁਸ਼ਕਿਲ ਨੂੰ ਸੁਣਨ ਵਾਸਤੇ ਆ ਰਿਹਾ। ਅਸੀਂ ਅੱਜ ਇੱਕ ਚਾਹ ਦੇ ਖੋਖੇ ਤੇ ਬਹਿ ਕੇ ਚਾਹ ਪੀ ਰਹੇ ਹਾਂ, ਠੀਕ ਹੈ, ਉਹਦੀ ਪਬਲਿਸਿਟੀ ਲੈ ਰਹੇ ਹਾਂ। ਕਿਸੇ ਗਰੀਬ ਦੇ ਵਿਆਹ ਤੇ ਚਲੇ ਗਏ, ਅਸੀਂ ਉਹਦੀ ਪਬਲਿਸਿਟੀ ਲੈ ਰਹੇ ਹਾਂ, ਠੀਕ ਹੈ। ਸੋ ਹੋਰ ਜਿੰਨੇ ਵੀ ਕੰਮ ਦੇਖੋ, ਇੱਕ ਹੁਣੇ ਮੈਂ ਪਿੱਛੇ ਜਲੰਧਰ ਦੇ ਵਿੱਚ ਵੀ ਇੱਕ ਪੋਸਟਰ ਲੱਗਿਆ ਜੀ, ਠੀਕ ਹੈ, ਪੰਜਾਬ ਸਰਕਾਰ ਨੇ ਹਾਕੀ ਖਿਲਾੜੀਆਂ ਨੂੰ ਦਿੱਤੀ ਸਰਕਾਰੀ ਨੌਕਰੀ, ਉਹਦੀ ਵੀ ਐਡਵਰਟਾਈਜ਼ਮੈਂਟ ਲੱਗੀ ਆ। ਅਮੋਲ ਟਾਊਨ ਦਾ ਜਿਹੜਾ, ਠੀਕ ਹੈ, ਸੋ ਯੂਨੀਪੋਲਾ ਉਹਦੇ ਤੇ ਲੱਗੀ ਹੋਈ ਆ। ਵੱਡੀ ਫੋਟੋ ਸੀਐਮ ਸਾਹਿਬ ਦੀ ਆ ਤੇ ਛੋਟੀ ਜੀ ਫੋਟੋ ਜਿਹੜੀ ਹੈ ਖਿਡਾਰੀਆਂ ਦੀ ਆ, ਠੀਕ ਹੈ। ਦੇਖੋ ਜੀ, ਉਹਨਾਂ ਦਾ ਬਣਦਾ ਹੱਕ ਸੀ, ਉਹਦੀ ਪ੍ਰਮੋਸ਼ਨ ਦੇਣ ਦੀ ਕੀ ਲੋੜ ਆ। ਇੱਥੇ ਮੈਂ ਗੱਲ ਇੱਕ ਪੁੱਛਣਾ ਚਾਹੂੰਗੀ, ਮਾਡਲ ਟਾਊਨ ਦੇ ਵਿੱਚ ਇੱਕ ਹੋਰਡਿੰਗ ਤਾਂ ਆਪਾਂ ਦੇਖ ਲਈ, ਸਰਕਾਰ ਨੇ ਹਾਕੀ ਖਿਡਾਰੀ ਨੂੰ ਨੌਕਰੀ ਦਿੱਤੀ। ਮਲਿਕਾ ਹੋਂਡਾ ਇੰਟਰਨੈਸ਼ਨਲ ਚੈਸ ਪਲੇਅਰ ਹੈ, ਡੈਫ ਐਂਡ ਡੰਪ ਹੈ, ਉਹ ਵਿਚਾਰੀ ਕਿੰਨੇ ਧੱਕੇ ਖਾ ਰਹੀ ਹੈ, ਉਹਦੇ ਲਈ ਸਰਕਾਰ ਕੋਲ ਕੀ ਹੈ। ਹੁਣ ਹਰਸਿਮਰਤ ਕੌਰ ਬਾਦਲ ਆਏ ਸੀ, ਉਹਨੂੰ ਮਿਲ ਕੇ ਗਏ, ਕੀ ਉਹਦਾ ਬਣਦਾ ਹੱਕ ਜਾਂ ਉਹਦਾ ਬਣਦਾ ਮਾਨ ਸਨਮਾਨ ਉਹਨੂੰ ਮਿਲੇ? ਬਿਲਕੁਲ ਜੀ, ਮੈਂ ਇਹ ਇੰਟਰਵਿਊ ਤੁਹਾਡੇ ਹੀ ਚੈਨਲ ਤੇ ਵੀ ਦੇਖੀ ਸੀ, ਹੋਰ ਵੀ ਬਹੁਤ ਸਾਰੀ ਜਗ੍ਹਾ ਤੇ। ਦੇਖੋ, ਉਹਦੀ ਮਦਰ ਜਿਹੜੀ ਆ, ਦੇਖੋ ਉਸ ਬੱਚੀ ਨੂੰ ਉਹਦੀ ਮਦਰ ਦੀ ਪੂਰੀ ਸਪੋਰਟ ਆ, ਠੀਕ ਹੈ। ਜਿੰਨਾ ਉਹਨੇ ਇੰਟਰਨੈਸ਼ਨਲ ਲੈਵਲ ਤੇ ਉਸ ਬੱਚੀ ਨੇ ਪੰਜਾਬ ਦਾ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ, ਆਪਣੇ ਪਰਿਵਾਰ ਦਾ, ਉਹਨੂੰ ਉਹਦਾ ਹੱਕ ਮਿਲਿਆ ਨਹੀਂ। ਉਹਨੂੰ ਦੇਖੋ ਲਾਰੇ ਲਾਏ ਗਏ, ਉਹਨੂੰ ਬੁਲਾਇਆ ਗਿਆ, ਸੀਐਮ ਸਾਹਿਬ ਵੱਲੋਂ ਵੀ, ਜਿਹੜੇ ਸਪੋਰਟਸ ਮਿਨਿਸਟਰ ਸੀ, ਸਾਰਿਆਂ ਵੱਲੋਂ ਬੁਲਾਇਆ ਗਿਆ, ਪਰ ਹਾਲੇ ਤੱਕ ਉਹਨੂੰ ਦਿੱਤਾ ਨਹੀਂ ਗਿਆ ਹੱਕ। ਇਹ ਸਿਰਫ ਪਬਲਿਸਿਟੀ ਆ, ਕਿਉਂਕਿ ਉਸ ਟਾਈਮ ਜਿਹੜੇ ਖਿਡਾਰੀ ਸੀਗੇ, ਉਹ ਹਾਕੀ ਦੇ ਖਿਡਾਰੀ ਜਿਹੜੇ ਸੀ, ਉਹਨਾਂ ਦੇ ਕੈਪਟਨ ਸਾਹਿਬ ਨੇ ਜਿੱਦਾਂ ਹੀ ਉਹ 에ਅਰਪੋਰਟ ਤੇ ਉਤਰੇ ਸੀਗੇ, ਉਸ ਟਾਈਮ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਕੁਝ ਨਹੀਂ ਚਾਹੀਦਾ, ਸਰਕਾਰਾਂ ਤੋਂ ਕੋਈ ਇਨਾਮ ਸ਼ਾਬਾਸ਼ੀ ਨਹੀਂ ਚਾਹੀਦੀ, ਤੁਸੀਂ ਕਾਲੇ ਕਾਨੂੰਨ ਰੱਦ ਕਰੋ। ਕਿਉਂਕਿ ਉਹ ਵੀ ਇੱਕ ਦੇਸ਼ ਦਾ ਪੁੱਤ ਸੀ, ਇੱਕ ਕਿਸਾਨ ਦਾ ਪੁੱਤ ਸੀ, ਐਂਡ ਅਸੀਂ ਉਹਨੂੰ ਸੈਲਿਊਟ ਕਰਦੇ ਉਹਦੀ ਸੋਚ ਨੂੰ, ਠੀਕ ਹੈ। ਸੋ ਇਹੋ ਜਿਹੇ ਖਿਡਾਰੀ ਜਦੋਂ ਪੈਦਾ ਹੁੰਦੇ ਨੇ ਤਾਂ ਨੈਚੁਰਲੀ ਗੱਲ ਆ, ਸਾਡੇ ਦੇਸ਼ ਦੀ ਨੁਹਾਰ ਅਫਸਰੀ ਦੇ ਵਿੱਚ ਵੀ ਜਦੋਂ ਆਉਂਦੇ ਨੇ, ਠੀਕ ਹੈ, ਸੋ ਉਹ ਬਦਲਦੀ ਆ। ਪਰ ਸਾਡੀ ਸਰਕਾਰ ਉਹਨੂੰ ਵੀ ਉਹ ਤੱਕੜੀ 'ਚ ਤੋਲ ਕੇ ਦੇਖ ਰਹੀ ਹੈ ਵੀ ਸਾਡੇ ਪੱਲੇ ਇਹਦੇ ਨਾਲ ਕਿੰਨਾ ਕੁ ਕੁਛ ਪੈ ਜਾਏਗਾ। ਸਵਾਲ ਇਹ ਹੈ, ਤੁਸੀਂ ਕੋਈ ਵੀ ਕੰਮ ਅੱਜ ਤੱਕ ਦੱਸੋ ਪੰਜਾਬ ਲਈ ਕੀ ਕੀਤਾ। ਪੰਜਾਬ 75 ਸਾਲ ਹੋ ਗਏ ਨੇ ਤਕਰੀਬਨ ਸਾਨੂੰ, 75 ਸਾਲਾਂ 'ਚ ਪੰਜਾਬ ਜਿਹੜਾ ਇੱਥੇ ਸੀਗਾ ਉਹ ਇੱਥੇ ਨਿਗਾਰ ਤੇ ਆ ਗਿਆ। ਕਿਸੇ ਟਾਈਮ ਪੰਜਾਬ ਨੰਬਰ 1 ਸੂਬਾ ਸੀ, ਠੀਕ ਹੈ, ਗੁਆਂਢੀ ਰਾਜਾਂ 'ਚੋਂ, ਅੱਜ ਨੰਬਰ 3 ਤੇ ਆ। ਵਾਏ ਕੀ ਗੱਲ, ਪੰਜਾਬ 'ਚ ਪਾਣੀ ਹੈ ਨਹੀਂ? ਪੰਜਾਬ 'ਚ ਕਿਸੇ ਟਾਈਮ ਤੇ ਕਹਿੰਦੇ ਦੁੱਧ ਦੀਆਂ ਨਦੀਆਂ ਵਗਦੀਆਂ ਨੇ, ਅੱਜ ਪਾਣੀ ਦੀਆਂ ਵੀ ਸੁੱਕ ਗਈਆਂ। ਉਹਦਾ ਕੌਣ ਹੈ ਜ਼ਿੰਮੇਵਾਰ? ਸਾਡੀਆਂ ਸਰਕਾਰਾਂ ਨੇ, ਠੀਕ ਹੈ। ਉਹ ਜਿਹੜਾ ਸੋਨਾ ਸੀਗਾ, ਜਿਹੜੀ ਰੇਤਾ ਵਾ ਸੀ, ਦੂਰੋਂ ਚਮਕਦੀ ਸੋਨੇ ਹੀਰੇ ਵਰਗੀ ਹੁੰਦੀ ਆ, ਉਹਦਾ ਵੀ ਮੁੱਲ ਪਾ ਲਿਆ, ਇੱਕ ਇੱਕ ਬੀਟੇ ਦਾ ਇਹਨਾਂ ਨੇ ਮੁੱਲ ਪਾਇਆ, ਠੀਕ ਹੈ। ਸੋ ਰਿਹਾ ਕੀ ਹੈ ਸਾਡੇ ਪੱਲੇ? ਸਾਡੇ ਪੱਲੇ ਕੁਛ ਨਹੀਂ, ਖਾ ਗਏ ਸਾਨੂੰ ਲੁੱਟ ਕੇ, ਠੀਕ ਹੈ। ਸਾਡੇ ਹੱਥਾਂ 'ਚ ਕੀ ਦੇਤਾ? ਸਿਰਫ ਨਸ਼ਾ। ਉਹ ਨਸ਼ਾ ਜੇ ਆ ਰਿਹਾ, ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰ ਸਾਡੀ ਸੈਂਟਰ ਦੀ ਸਰਕਾਰ ਹੈ, ਕਿਉਂਕਿ ਉਹਨਾਂ ਜਿਹੜੀਆਂ ਤਾਰਾਂ ਰਾਹੀਂ ਕਿਉਂ ਆ ਰਿਹਾ ਵਾ, ਜਿਹੜੀ ਬਾਰਡਰ ਦੇਖੋ, ਪਾਕਿਸਤਾਨ ਨੇ ਉੱਥੇ ਬਾਰਡਰ ਤਾਂ ਨਹੀਂ ਕੋਈ ਬਣਾਇਆ। ਸਵਾਲ ਇਹ ਹੈ ਕਿ ਪਾਕਿਸਤਾਨ ਨੇ ਉੱਥੇ ਆਪਣੀ ਫੈਂਸਿੰਗ ਲਗਾਈ ਹੈ? ਨਹੀਂ, ਉਹ ਫੈਂਸਿੰਗ ਤਾਂ ਸਿਰਫ ਸਾਡੀ ਇੰਡੀਅਨ ਗਵਰਨਮੈਂਟ ਦੇ ਵੱਲੋਂ ਲੱਗੀ ਹੋਈ ਆ, ਸਾਡੀਆਂ ਫੋਰਸਸ ਵੀ ਉੱਥੇ ਤਾਇਨਾਤ ਨੇ, ਠੀਕ ਹੈ। ਸੋ ਉਹ ਕਹਿੰਦੇ ਸਿਕਿਉਰਿਟੀ ਤੁਹਾਨੂੰ ਲੋੜ ਆ, ਸਾਨੂੰ ਥੋੜ੍ਹਾ ਲੋੜ ਹੈਗੀ ਆ। ਤਾਂ ਫਿਰ ਵੀ ਅਸੀਂ ਜੇ ਉੱਥੇ ਕਮਜ਼ੋਰ ਪੈ ਰਹੇ ਆ, ਅਗਰ ਡਰੋਨ ਐਕਟੀਵਿਟੀ ਵੀ ਹੋ ਰਹੀ ਆ, ਇਹਦਾ ਮਤਲਬ BSF ਪੈਣੀ ਨਜ਼ਰ ਨਹੀਂ ਉੱਥੇ ਹੈਗੀ, ਠੀਕ ਹੈ। ਇੱਥੋਂ ਸਾਡੀ ਕਮਜ਼ੋਰੀ ਪਤਾ ਲੱਗਦੀ ਹੈ। ਸਾਨੂੰ ਜਿਸ ਤਰੀਕੇ ਨਾਲ ਦੇਸ਼ ਨੂੰ ਵੇਚਿਆ ਜਾ ਰਿਹਾ ਪ੍ਰਾਈਵੇਟ ਹੱਥਾਂ ਦੇ ਵਿੱਚ, ਸਾਨੂੰ ਇਹ ਡਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਵੇਟ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਅਗਰ ਫੌਜ ਵੇਚ ਦਿੱਤੀ ਗਈ, ਪੈਰਾਮਿਲਟਰੀ ਫੋਰਸਸ ਵੇਚ ਦਿੱਤੀਆਂ ਗਈਆਂ, ਦੈਨ ਕੀ ਬਣੇਗਾ? ਦੇਖੋ, ਉਹ ਜੇ ਤੁਸੀਂ ਅੱਜ ਦੇਖੋ, ਰਫੇਲ ਵਰਗੇ ਜਿਹੜੇ ਜਹਾਜ਼ ਸੀਗੇ, ਜਿਹੜੇ ਖਰੀਦਣੇ ਸੀਗੇ, ਉਹ ਪ੍ਰਾਈਵੇਟ ਏਜੰਸੀ ਅਡਾਨੀ ਖਰੀਦ ਰਹੀ ਹੈ ਜੀ, ਠੀਕ ਹੈ ਜੀ। ਉਹਦਾ ਚੈੱਕ ਪੁਆਇੰਟ ਕਿੱਥੇ ਆ? ਸਾਡੀ ਗਵਰਨਮੈਂਟ ਰੇਲਵੇ ਵੇਚ ਰਹੀ ਆ। ਇਹਦਾ ਮਤਲਬ ਸਾਡੀ ਜਿਹੜੀ ਸਰਕਾਰ ਹੈ ਮੌਜੂਦਾ, ਉਹ ਟੋਟਲੀ ਫੇਲ ਹੈ, ਕਿਉਂਕਿ ਦੇਸ਼ ਦੀਆਂ ਜਦੋਂ ਚੀਜ਼ਾਂ ਵੇਚਣੀ, ਦੇਖੋ ਘਰ ਕਹਿੰਦੇ ਨਾ, ਕਿਸੇ ਦੇ ਘਰ ਦੇ ਭਾਗ ਉਹਦੇ ਡੇੜੀ ਤੋਂ ਨਜ਼ਰ ਆ ਜਾਂਦੇ ਨੇ। ਜਦੋਂ ਘਰ ਦੇ ਭਾਂਡੇ ਵੇਚਣੇ ਸ਼ੁਰੂ ਹੋ ਜਾਣ, ਇਹਦਾ ਮਤਲਬ ਆ ਉਸ ਘਰ ਦੀਆਂ ਨੀਹਾਂ ਕਮਜ਼ੋਰ ਹੋ ਚੁੱਕੀਆਂ। ਇਹਦਾ ਮਤਲਬ ਸਾਡੇ ਘਰ ਦੇ ਭਾਂਡੇ ਜਿਹੜੇ ਮਹਿਕਮੇ ਵੇਚਣੇ ਸ਼ੁਰੂ ਕਰ ਦਿੱਤੇ, 에ਅਰਪੋਰਟ ਵੇਚਣੇ ਸ਼ੁਰੂ ਕਰ ਦਿੱਤੇ ਪ੍ਰਾਈਵੇਟ ਹੱਥਾਂ ਦੇ ਵਿੱਚ, ਉਹ ਸਿਕਿਉਰਿਟੀ ਹੀ ਖਤਮ ਹੋ ਗਈ ਉਸ ਦੇਸ਼ ਦੀ, ਠੀਕ ਹੈ। ਇਹਦਾ ਮਤਲਬ ਉਸ ਸਰਕਾਰ ਨੂੰ ਕੋਈ ਹੱਕ ਨਹੀਂ ਹੈ ਬੈਠੇ ਰਹਿਣ ਦਾ। ਉਹਨੂੰ ਇਹਦੀ ਆਪਣੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਇਹ ਰਾਸ਼ਟਰਪਤੀ ਰਾਜ ਭਾਵੇਂ ਦੇ ਦੇਣ, ਮੌਕਾ ਦੇਣ, ਦੁਬਾਰਾ ਇਲੈਕਸ਼ਨ ਕਰਾ ਲੈਣ, ਠੀਕ ਹੈ ਜੀ। ਦੇਖੋ ਜੀ, ਅਸੀਂ ਨਹੀਂ ਕਰ ਪਾਏ, ਤੁਸੀਂ ਕਰਾਓ, ਬਟ ਉਹ ਚੀਜ਼ ਨਹੀਂ ਹੋ ਪਾ ਰਹੀ। ਅਸੀਂ ਕੁਰਸੀ ਤੇ ਕਾਬਜ ਬਣੇ ਰਹਿਣਾ ਚਾਹੁੰਦੇ ਹਾਂ। 56 ਇੰਚ ਦਾ ਸੀਨਾ ਹੁਣ ਕਿੱਥੇ ਗਿਆ? ਹੁਣ ਬੋਲਤੀ ਬੰਦ ਹੋ ਗਈ। भाई और बहनों कहाँ गया? पिछले लंबे समय तो भाई और बहनों तो सुने ही नहीं कभी किसी ने, सिर्फ भाई और बहनों से इलावा कुछ नहीं, ठीक है। साढ़े चन्नी साहब की गल कर रही है, साढ़े कैप्टन साहब की गल करिए, बादल साहब, अज जुत्तियां पैंदियां ने ਤੁਹਾਡੇ ਸਾਹਮਣੇ ਪਿਛਲੇ ਦਿਨੀ ਇੱਥੇ, ਠੀਕ ਆ, ਆਏ ਸੀ ਅਕਾਲੀ ਦਲ ਤੋਂ ਵੀ, ਠੀਕ ਆ। ਸੋ ਉੱਥੇ ਵੀ ਗੱਲ ਕਰ ਰਹੀ ਹੈ, ਕਿਉਂ ਜੁੱਤੀਆਂ ਮਾਰੇ?
ਕੀ ਲੋਕ ਰਿਸਪੈਕਟ ਦੇਣਾ ਚਾਹੁੰਦੇ? ਕਨਸਟੀਟਿਊਸ਼ਨਲ ਪੋਸਟ ਆ ਜਿਹਨੂੰ ਲੋਕ ਇਲੈਕਟ ਕਰਕੇ ਭੇਜਦੇ ਨੇ, ਉਹਨੂੰ ਜੁੱਤੀ ਕਿਉਂ ਮਾਰਦੇ ਨੇ? ਠੀਕ ਆ, ਉਹਨੂੰ ਗਾਲਾਂ ਕਿਉਂ ਕੱਢਦੇ ਨੇ? ਉਹਦੀ ਬਦਖੋਈ ਕਿਉਂ ਕਰਦੇ ਨੇ? ਕਿਉਂਕਿ ਜਦੋਂ ਅਸੀਂ ਲੋਕਾਂ ਦੀ ਉਮੀਦਾਂ ਤੇ ਖਰੇ ਨਹੀਂ ਉਤਰਦੇ। ਅੱਜ ਇਸ ਲੈਵਲ ਤੱਕ ਆ ਗਿਆ, ਦੇਖੋ ਕਹਿੰਦੇ ਪਾਣੀ ਇੱਥੇ ਤੱਕ ਆ ਜੇ ਬੰਦਾ ਸਾਹ ਲੈ ਲੇਗਾ, ਜਦੋਂ ਪਾਣੀ 'ਚ ਡੁੱਬੋਗੇ ਨਾ ਤਾਂ ਤਰਲੋ ਮੱਛੀ ਹੁੰਦਾ ਸਾਰਾ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਮੈਟਰ ਕਰਦੀਆਂ ਨੇ। ਸੋ ਅੱਜ ਲੋਕਾਂ ਨੇ ਇਹਦਾ 2022 ਦੇ ਵਿੱਚ ਰਿਜ਼ਲਟ ਦੇਣਾ ਹੀ ਦੇਣਾ। ਬਟ ਇੱਥੇ ਮੈਂ ਅਪੀਲ ਵੀ ਕਰਾਂਗਾ ਆਮ ਪੰਜਾਬ ਦੇ ਲੋਕਾਂ ਨੂੰ, ਅਗਰ ਅਸੀਂ 2022 ਦੇ ਵਿੱਚ ਵੀ ਨਹੀਂ ਜਾਗ ਪਾਏ, ਠੀਕ ਹੈ, ਤੇ ਸਾਡਾ ਬੇੜਾ ਗਰਕ ਜਿਹੜਾ ਹੋਇਆ ਆ ਉਹ ਮਹਾਂ ਬੇੜਾ ਗਰਕ ਹੋ ਜਾਏਗਾ। ਅਸੀਂ ਮਹਾਂ ਬਰਬਾਦੀ ਵੱਲ ਜਾਵਾਂਗੇ ਜਿਹਨੂੰ ਕੋਈ ਵੀ ਰੋਕ ਨਹੀਂ ਸਕਦਾ। ਇਹ ਸਾਡੀ ਮੌਜੂਦਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ, ਕਿਉਂਕਿ ਉਹ ਸਾਡੇ ਦਿੱਤੇ ਹੋਏ ਟੈਕਸਾਂ ਤੋਂ ਲੱਖਾਂ ਰੁਪਈਆਂ ਦੀ ਤਨਖਾਹ ਲੈਂਦੇ ਨੇ, ਪੈਨਸ਼ਨਾਂ ਤੱਕ ਲੱਗ ਜਾਂਦੀਆਂ ਨੇ ਉਹਨਾਂ ਨੂੰ। ਇੱਕ ਆਮ ਬੰਦਾ ਵੋਟਰ ਨੂੰ ਜਦੋਂ ਵੋਟ ਪਾਉਣ ਜਾਂਦਾ ਉਹਨੂੰ ਪਾਣੀ ਦਾ ਗਲਾਸ ਤੱਕ ਨਹੀਂ ਮਿਲਦਾ, ਉੱਥੇ ਧੱਕੇ ਮਿਲਦੇ ਨੇ, ਲੰਬੀਆਂ ਲਾਈਨਾਂ 'ਚ ਖੜਾ ਹੁੰਦਾ, ਪਰ ਉਹ ਬੰਦੇ ਦੀ ਉਸ ਵੋਟ ਦੇ ਨਾਲ ਇਹ ਮੰਤਰੀ ਕੁਰਸੀਆਂ ਤੱਕ ਜਾਂਦੇ ਨੇ। ਠੀਕ ਹੈ ਜੀ। ਸੋ ਇਹਨਾਂ ਨੂੰ ਇਹ ਸੋਚਣ ਦੀ ਲੋੜ ਹੈ, ਜਿੱਦਣ ਉਹਨਾਂ ਲੋਕਾਂ ਨੇ ਕੁਰਸੀ ਦੀਆਂ ਲੱਤਾਂ ਤੋੜਤੀਆਂ ਨਾ, ਕਿ ਇਹਦਾ ਮੁੱਦੇ ਮੂੰਹ ਡਿੱਗੇ ਨੇ ਕੈਪਟਨ ਸਾਹਿਬ। 77 ਸੀਟਾਂ ਆਪਣੀਆਂ ਸੀ, 4 ਆਮ ਆਦਮੀ ਪਾਰਟੀ ਵੱਲੋਂ ਜਿਹੜੇ ਉਧਰ ਚਲੇ ਗਏ ਸੀਗੇ, ਉਹ ਹੋਣ ਦੇ ਬਾਵਜੂਦ ਕੁਰਸੀ ਡਿੱਗ ਪਈ। ਠੀਕ ਹੈ ਜੀ। ਸੋ ਇਹ ਇੱਕ ਵੱਡਾ ਸਵਾਲ ਆ ਸਾਡਾ। ਇਹ ਆਮ ਲੋਕਾਂ ਦੀ ਜਿੱਤ ਹੈ। ਲੋਕਾਂ ਨੇ ਮਜਬੂਰ ਕਰ ਦਿੱਤਾ ਤੁਹਾਨੂੰ ਅਸਤੀਫਾ ਦੇਣ ਵਾਸਤੇ। ਇਹ ਤੁਹਾਨੂੰ ਪਾਰਟੀ ਨੇ ਮਜਬੂਰ ਨਹੀਂ ਕੀਤਾ, ਕਿਉਂਕਿ ਪਾਰਟੀ ਨੇ ਤੁਹਾਨੂੰ ਕਿਹਾ ਵੀ ਤੁਸੀਂ 4.5 ਸਾਲ ਕੁਝ ਕੀਤਾ ਨਹੀਂਗਾ। 18 ਨੁਕਾਤੀ ਪ੍ਰੋਗਰਾਮ ਜਿਹੜਾ ਦਿੱਤਾ ਸੀ ਉਹਦੇ ਤੇ ਕੰਮ ਕਰੋ। ਫੇਲ ਹੋਏ, ਪਾਰਟੀ ਨੇ ਕਿਹਾ ਵੀ ਠੀਕ ਹੈ ਤੁਹਾਨੂੰ ਸਰੈਂਡਰ ਕਰਨਾ ਪਊਗਾ। ਕਿਉਂ? ਕਿਉਂਕਿ ਲੋਕਾਂ ਦੀ ਆਵਾਜ਼ ਸੀ, ਪੰਜਾਬ ਦੇ ਲੋਕਾਂ ਦੀ ਆਵਾਜ਼। ਪਾਰਟੀ ਨੂੰ ਵੀ ਝੁਕਣਾ ਪੈ ਗਿਆ ਤੇ ਸੀਐਮ ਸਾਹਿਬ ਨੂੰ ਵੀ ਝੁਕਣਾ ਪੈ ਗਿਆ। ਕੁਰਸੀ ਦੀਆਂ ਲੱਤਾਂ ਆਪ ਤੋੜਨੀਆਂ ਪੈ ਗਈਆਂ। ਇਹ ਆ ਲੋਕਾਂ ਦੀ 2022 ਚ ਇਲੈਕਸ਼ਨ ਆ ਰਹੇ ਨੇ। ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਕੋਈ ਸੀਐਮ ਚਿਹਰਾ ਅਨਾਉਂਸ ਨਹੀਂ ਕੀਤਾ ਜਾ ਰਿਹਾ। ਮਤਲਬ ਕਦੋਂ ਹੋਊਗਾ? ਤੁਹਾਨੂੰ ਕੀ ਲੱਗਦਾ ਕਿਹੜਾ ਡੈਲੀਗੇਟ ਜਿਹੜਾ ਆ ਸੀਐਮ ਚਿਹਰੇ ਲਈ ਮਤਲਬ ਵਾਜਿਬ, ਜਿਹਨੂੰ ਤੁਸੀਂ ਸਮਝਦੇ? ਮੈਂ ਇੱਥੇ ਗੱਲ ਕਹੂੰਗਾ, ਬਹੁਤ ਵੱਖਰੀ ਜੀ ਗੱਲ ਕਰੂੰਗਾ। ਅੱਜ ਅਸੀਂ ਸੈਂਟਰ ਦੇ ਵਿੱਚ ਸਰਕਾਰ ਨੇ ਲੜਿਆ ਮੋਦੀ ਚਿਹਰੇ ਨੂੰ ਲੈ ਕੇ। ਮੋਦੀ 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 ਹੋ ਗਈ ਮੋਦੀ ਦਾ। ਠੀਕ ਹੈ, ਸਾਰਾ ਕੁਝ ਦੇਖ ਲਿਆ ਤੁਸੀਂ। ਕੈਪਟਨ ਹੁੰਦੀ ਰਹੀ। ਅੱਜ ਅਸੀਂ ਪਰਸਨ ਸੈਂਟਰਿਕ ਪੋਲਿਟਿਕਸ ਤੇ ਆ ਗਏ ਹਾਂ। ਵੀ ਵਾਂਟ ਟੂ ਕਮ ਆਊਟ, ਪਰਸਨ ਸੈਂਟਰਿਕ ਤੇ ਨਾ ਹੋਈਏ। ਅਸੀਂ ਇਹ ਦੇਖੀਏ ਸਾਡੀ ਸਰਕਾਰ ਕੀ ਕਰ ਰਹੀ ਹੈ। ਚਿਹਰਾ ਕੋਈ ਵੀ ਹੋਵੇ ਮੁੱਖ ਮੰਤਰੀ ਦੇ ਉੱਤੇ, ਠੀਕ ਹੈ, ਬਟ ਉਹ ਅਗਾਂਹ ਵਧੂ ਹੋਣਾ ਚਾਹੀਦਾ। ਇਹ ਦੇਖੋ ਅਸੀਂ ਇਹ ਗੱਲ ਕਹਿੰਦੇ ਸਾਡੇ ਲੋਕਾਂ ਦੇ ਉੱਤੇ ਜਿਹੜੀ ਹੋ ਚੁੱਕੀ ਆ ਵੀ ਸੀਐਮ ਚਿਹਰਾ ਕੌਣ ਹੋਏਗਾ, ਫਲਾਣਾ ਕੌਣ ਹੋਏਗਾ, ਕਿਉਂ? ਉਹ ਇਹ ਸਾਡੇ ਮਨ 'ਚ ਕੁਐਸਚਨ ਕਿਉਂ ਆ ਰਿਹਾ? ਫਸਟਲੀ ਵੀ ਵਾਂਟ ਟੂ ਚੇਂਜ। ਠੀਕ ਆ। ਸੋ ਦੈਨ ਅਸੀਂ ਦੇਖੀਏ ਹੁਣ ਜਿਹੜਾ ਵੀ ਚਿਹਰੇ ਆਏ ਨੇ ਅੱਜ ਤੱਕ, ਉਹ ਦੇਖੋ ਪ੍ਰਮੋਸ਼ਨਸ ਕੀ ਹੁੰਦੀ ਰਹੀ ਪਾਰਟੀਆਂ ਦੀ। ਕੈਪਟਨ ਦੇ ਨਾਮ ਦੇ ਉੱਤੇ ਹੋ ਗਈ, ਮੋਦੀ ਦੇ ਨਾਮ ਤੇ ਹੋ ਗਈ, ਹਰ ਇੱਕ ਦੇ ਨਾਮ ਤੇ ਹੋ ਗਈ। ਠੀਕ ਹੈ, ਉਹਨਾਂ ਨੇ ਸਾਨੂੰ ਕੀ ਦੇ ਦਿੱਤਾ? ਠੀਕ ਹੈ ਜੀ। ਕਿਉਂਕਿ ਇਹ ਹਰ ਇੱਕ ਬੰਦਾ, ਦੇਖੋ ਕੇਜਰੀਵਾਲ ਸਾਹਿਬ ਵੀ ਆਏ, ਪੰਜਾਬ 'ਚ ਵੀ ਆਏ, ਉਹਨਾਂ ਨੂੰ ਹਰ ਇੱਕ ਜਗ੍ਹਾ ਇਹੀ ਸਵਾਲ ਪੁੱਛਦਾ ਕਿ ਸੀਐਮ ਚਿਹਰਾ ਕੌਣ ਅਨਾਉਂਸ ਕਰੋਗੇ। ਆਮ ਲੋਕਾਂ ਦੇ ਮਨ 'ਚ ਵੀ ਸੀਐਮ ਚਿਹਰਾ ਕੌਣ ਅਨਾਉਂਸ ਕਰੋਗੇ, ਉੱਥੋਂ ਪਤਾ ਲੱਗੇਗਾ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ। ਇਟ ਇਜ਼ ਨਾਟ ਅ ਵਨ ਮੈਨ ਆਰਮੀ। ਇਹ ਸਰਕਾਰ ਹੁੰਦੀ ਆ। ਠੀਕ ਹੈ, ਉਹਨੂੰ ਚਲਾਉਣਾ ਖਾਲਾਈ ਦਾ ਵਾੜਾ ਨਹੀਂ ਆ। ਹਰ ਇੱਕ ਦੀ ਜ਼ਿੰਮੇਵਾਰੀ, ਸੀਐਮ ਜਿਹੜਾ ਵੀ ਕੋਈ ਸੀਐਮ ਚਿਹਰਾ ਹੋਵੇ ਉਹਦੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਠੀਕ ਹੈ, ਸੋ ਇਸ ਕਰਕੇ ਜ਼ਿੰਮੇਵਾਰੀ ਲੈਣ, ਇਹ ਨਹੀਂ ਅਸੀਂ ਕਹਿੰਦੇ ਕਿ ਜਿੱਦਾਂ ਆਮ ਲੋਕ ਕਹਿ ਦਿੰਦੇ ਹਾਂਜੀ ਭਗਵੰਤ ਮਾਨ ਨਹੀਂ ਹੋ ਰਹੇ ਜੀ, ਕਈ ਬਹੁਤ ਸਾਰਾ ਚੱਲ ਰਿਹਾ ਟ੍ਰੋਲਿੰਗ ਹੈ, ਠੀਕ ਹੈ, ਉਹ ਕਿਉਂ ਨਹੀਂ ਹੋ ਰਹੇ ਜੀ, ਜੇ ਹੈ ਉਹ ਹੈ। ਉਹ ਵੀ ਕੈਪੇਬਲ ਨੇ, ਹਰ ਬੰਦਾ ਕੈਪੇਬਲ ਹੈ। ਪੰਜਾਬ ਦੀ ਹਰ ਇੱਕ ਬੰਦਾ ਜਿਹੜਾ ਵਾ ਉਹ ਕੈਪੇਬਲ ਹੈ। ਪਰ ਇਹ ਇਟ ਇਜ਼ ਅ ਪਾਰਟੀ ਡਿਸੀਜਨ। ਪਾਰਟੀ ਨੇ ਇਹਦੇ ਤੇ ਓਵਰਆਲ ਹਰ ਚੀਜ਼ ਨੂੰ ਦੇਖ ਕੇ ਕਰਨਾ। ਪਰ ਅਸੀਂ ਇਹ ਵੀ ਕਹਿੰਦੇ ਆ ਕਿ ਸਾਡੇ ਲੋਕਾਂ ਨੂੰ ਪਹਿਲਾਂ ਪੰਜਾਬ ਨੂੰ ਬਦਲਣ ਵੱਲ ਆਪਣਾ ਅਗਾਂਹ ਵਧੂ ਹੋਣਾ ਚਾਹੀਦਾ। ਜਿਹੜਾ ਵੀ ਤੁਹਾਨੂੰ ਸੀਐਮ ਚਿਹਰਾ ਮਿਲੇਗਾ, ਜੇ ਅੱਜ ਕੇਜਰੀਵਾਲ ਸਾਹਿਬ ਨੇ, ਕੌਣ ਜਾਣਦਾ ਸੀ ਕੇਜਰੀਵਾਲ ਸਾਹਿਬ ਨੂੰ? ਅੱਜ ਤੋਂ ਅਸੀਂ ਗੱਲ ਕਰੀਏ 7-8 ਸਾਲ ਪਹਿਲਾਂ ਦੀ ਗੱਲ ਕਰੀਏ, ਜਾਂ 2011 ਦੇ ਵਿੱਚ ਜਦੋਂ ਅੰਨਾ ਹਜ਼ਾਰੇ ਮੂਵਮੈਂਟ ਸ਼ੁਰੂ ਹੋਈ ਸੀ, ਕੇਜਰੀਵਾਲ ਸਾਹਿਬ ਦੇ ਬਾਰੇ ਉਦੋਂ ਲੋਕਾਂ ਨੂੰ ਪਤਾ ਲੱਗਿਆ ਨਾ। ਠੀਕ ਹੈ, ਪਰ ਉਹਨਾਂ ਨੇ ਆਪਣਾ ਗਰਾਊਂਡ ਵਰਕ ਬਹੁਤ ਸਾਲ ਪਹਿਲਾਂ, ਉਹ ਤੋਂ ਵੀ 12 ਸਾਲ ਪਹਿਲਾਂ ਕੀਤਾ ਹੋਇਆ ਸੀ। ਠੀਕ ਹੈ, ਸੋ ਉਹ ਜਦੋਂ ਆਏ ਨੇ, ਉਹਨਾਂ ਦੀ ਸੋਚ, ਉਹਨਾਂ ਦੀ ਨਜ਼ਰ ਇੰਨੀ ਪੈਣੀ ਆ, ਉਹਨਾਂ ਨੇ ਇੱਕ ਇੱਕ ਚੀਜ਼ ਦੀ ਕਾਊਂਟਿੰਗ ਕੀਤੀ ਹੋਈ ਆ। ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਨੂੰ ਪਤਾ ਕੁਝ ਨਹੀਂ ਗਾ? ਠੀਕ ਆ, ਉਹ ਇੱਕ ਮੇਰੇ ਖਿਆਲ ਪਹਿਲੀ ਪਾਰਟੀ ਆ ਬਹੁਤ ਜਲਦੀ ਦੇ ਨਾਲ ਉਹ ਦੂਸਰੀਆਂ ਸਟੇਟਾਂ 'ਚ ਵੱਧ ਰਹੀ ਆ। ਅਕਾਲੀ ਦਲ ਤਕਰੀਬਨ 100 ਸਾਲ ਹੋ ਚੱਲਿਆ ਜੀ, ਉਹ ਇੱਕ ਸਟੇਟ ਤੋਂ ਦੂਜੀ ਸਟੇਟ 'ਤੇ ਨਹੀਂ ਵੱਧ ਪਾਈ। ਹਰਿਆਣੇ ਦੇ ਵਿੱਚ ਪਿੱਛੇ ਜੇ ਕੋਈ ਇਲੈਕਸ਼ਨ ਲੜੀ ਸੀ, ਕੋਈ ਨਹੀਂ ਜਿੱਤ ਪਾਇਆ ਸੀ। ਦਿੱਲੀ ਦੇ ਵਿੱਚ ਕੁਝ ਕੈਂਡੀਡੇਟ ਲੜ ਪਾਏ ਸੀ, ਨਹੀਂ ਜਿੱਤ ਪਾਏ। ਇੰਨੇ 100 ਸਾਲਾਂ 'ਚ ਤੁਸੀਂ ਨਾਲ ਦੀਆਂ ਸਟੇਟਾਂ ਤੱਕ ਨਹੀਂ ਜਾ ਸਕੇ। ਮੈਂ ਕਹਿੰਦਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਅੱਜ ਦੇਖੋ ਦਿੱਲੀ 'ਚ ਵੀ ਬਣੀ, ਵੱਡੇ ਲੈਵਲ ਤੇ ਉਹਨੇ ਐਮਪੀ ਦੀਆਂ ਇਲੈਕਸ਼ਨਸ ਵੀ ਲੜੀਆਂ। ਠੀਕ ਆ, ਤੇ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਸੈਕੰਡ ਟਾਈਮ ਜਿਹੜੀ ਆ ਸਮਝੋ ਐਮਪੀ ਇਲੈਕਸ਼ਨਸ ਹੋਣੀਆਂ, ਕਾਰਪੋਰੇਸ਼ਨ ਦੀ ਇਲੈਕਸ਼ਨਸ ਵੀ ਲੜੀਆਂ, ਉੱਤਰਾਖੰਡ 'ਚ ਵੀ ਲੜ ਰਹੇ ਆ। ਠੀਕ ਆ, ਆਉਣ ਵਾਲੇ ਦਿਨਾਂ ਦੇ ਵਿੱਚ, ਸਮੇਂ ਦੇ ਵਿੱਚ ਬਾਕੀ ਸਟੇਟਾਂ 'ਚ ਵੀ ਬਹੁਤ ਜਲਦੀ ਨਾਲ ਅਗਾਂਹ ਵਧ ਰਹੀ, ਬਿਕੋਜ਼ ਆਫ ਇੱਕ ਪੜ੍ਹੇ ਲਿਖੇ ਲੋਕਾਂ ਦੀ ਸਰਕਾਰ ਹੈ। ਸਵਾਦ ਇੱਥੇ, ਕਿਉਂਕਿ ਦੇਖੋ ਉਹ ਇੱਕ IAS ਅਧਿਕਾਰੀ ਰਹੇ ਨੇ, ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਕੈਲਕੂਲੇਸ਼ਨਸ ਪਤਾ। ਠੀਕ ਹੈ, ਦੈਟਸ ਵਾਈ ਸਾਡੇ ਪੰਜਾਬ ਦੇ ਕਿਹੜੇ ਮੰਤਰੀ ਰਹੇ ਨੇ ਜਿਹੜੇ ਪੜ੍ਹੇ ਲਿਖੇ ਹੁੰਦੇ ਸੀਗੇ। ਸਾਡੀ, ਮੈਂ ਮੌਜੂਦਾ ਦੀ ਗੱਲ ਕਰ ਲਾਂ, ਰਾਣਾ ਗੁਰਜੀਤ ਸਿੰਘ ਜੀ ਸਭ ਤੋਂ ਅਮੀਰ ਮੰਤਰੀ ਨੇ ਇਸ ਟਾਈਮ।
ਠੀਕ ਹੈ ਜੀ 169 ਕਰੋੜ ਦੀ ਜਾਇਦਾਦ ਉਹਨਾਂ ਨੇ ਇੱਕ ਨੰਬਰ 'ਚ ਡਿਕਲੇਅਰ ਕੀਤੀ ਆ, ਖੁਦ 10 ਪੜ੍ਹੇ ਨੇ। ਠੀਕ ਹੈ ਜੀ ਸਾਡੇ ਸਿੱਖਿਆ ਮੰਤਰੀ ਅੱਜ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਰਹਿੰਦੇ ਰਹੇ ਨੇ, ਠੀਕ ਹੈ, ਉਹ ਵੀ 10 ਪੜ੍ਹੇ ਸੀ, ਕੋਈ 8 ਪੜ੍ਹੇ ਹੁੰਦੇ ਸੀ, ਠੀਕ ਆ। ਕੁਝ ਕੁ ਮੰਤਰੀ ਜਿਹੜੇ ਨੇ ਉਹ ਪੜ੍ਹੇ ਲਿਖੇ ਹੁੰਦੇ ਰਹੇ ਨੇ, ਬਟ ਐਕਚੁਅਲ 'ਚ ਕੀ ਹੈ ਸਾਡੀ ਪ੍ਰੋਬਲਮ ਇਹ ਆ ਕਿ ਜਦੋਂ ਸਾਨੂੰ ਲੋਕਾਂ ਦੀ ਪੜ੍ਹੇ ਲਿਖੇ ਲੋਕਾਂ ਦੀ ਸਰਕਾਰ ਚਾਹੀਦੀ। ਦਿੱਲੀ ਦੇ ਵਿੱਚ ਇਸ ਟਾਈਮ ਜਿਹੜੀ ਸਰਕਾਰ ਆ ਉੱਥੇ ਆਪਾਂ ਕਹਦੇ ਵੀ ਅਲੱਗ-ਅਲੱਗ ਲੋਕਾਂ ਪ੍ਰਾਂਤਾਂ ਤੋਂ ਲੋਕ ਆ ਕੇ ਰਹਿੰਦੇ ਨੇ, ਠੀਕ ਹੈ। ਉਹ ਲੋਕ ਕੀ ਚਾਹੁੰਦੇ ਨੇ? ਸਹੂਲਤਾਂ। ਸਾਨੂੰ ਕੀ ਸਹੂਲਤਾਂ ਇੱਥੇ ਮਿਲ ਰਹੀਆਂ ਨੇ? ਦੇਖੋ 2.5 ਅਰਬ ਦਾ ਸਵਾਲ ਹੈ ਐਡਵਰਟਾਈਜ਼ਮੈਂਟ ਦੇ ਉੱਤੇ। ਮੈਂ ਉਹੀ ਗੱਲ ਕਰ ਰਿਹਾ, ਉੱਥੇ ਦਿੱਲੀ ਦੇ ਵਿੱਚ ਉਹਨਾਂ ਨੇ 300 ਕਰੋੜ ਵਾਲਾ ਪੁਲ 150 ਕਰੋੜ 'ਚ ਬਣਾਤਾ, ਠੀਕ ਹੈ ਜੀ। ਹੁਣ ਸਵਾਲ ਕਰਦੇ ਨੇ ਲੋਕ ਕੇਜਰੀਵਾਲ ਸਾਹਿਬ ਤੁਸੀਂ ਜੀ ਇਹ ਕਿੱਦਾਂ ਕਰੋਗੇ? ਦੇਖੋ ਜੀ ਟੈਕਸਿਸ ਤੇ ਉਹੀ ਨੇ, ਟੈਕਸਿਸ ਕਿੰਨੇ ਆ ਰਹੇ ਨੇ, ਉਹਦੀ ਯੂਟਿਲਾਈਜੇਸ਼ਨ ਕਿੱਥੇ ਹੋ ਰਹੀ, ਖਰਚ ਕਿੱਥੇ ਹੋ ਰਿਹਾ? ਸਵਾਲ ਇਹ ਹੈ। ਮੈਂ ਛੋਟੀ ਜੀ ਅਸੀਂ ਇੱਥੇ ਸੜਕ ਦੀ ਗੱਲ ਕਰੀਏ, ਪਾਰਕ ਦੀ ਗੱਲ ਕਰੀਏ, ਇਹਦਾ ਅਸੀਂ ਖਰੜਾ ਕਢਾ ਦਈਏ ਨਾ, ਠੀਕ ਹੈ, ਵੀ ਕਿੰਨਾ ਪੈਸਾ ਖਰਚ ਕੀਤਾ ਗਿਆ, ਲੱਖਾਂ ਰੁਪਈਆ ਇਸ ਪਾਰਕ ਤੇ ਲਗਾਇਆ ਗਿਆ ਹੋਏਗਾ, ਪਰ ਜੇ ਤੁਸੀਂ ਇਹਦੀ ਐਕਚੁਅਲ ਕੈਲਕੂਲੇਸ਼ਨ ਕਰੋ, ਕਾਸਟ ਕੱਢੋਗੇ, ਉਹ ਉਦੋਂ ਵੀ ਕਿਤੇ ਅੱਧੀ ਹੋਏਗੀ, ਠੀਕ ਆ। ਤੁਸੀਂ ਦੇਖਿਆ ਹੋਵੇਗਾ ਕਿ ਤਕਰੀਬਨ ਮੇਰੇ ਖਿਆਲ ਨਾਲ ਜਲੰਧਰ ਦੇ ਵਿੱਚ ਆਪਾਂ ਗ੍ਰੀਨਰੀ ਦੇ ਲਈ, ਠੀਕ ਆ, ਲੱਖਾਂ ਰੁਪਈਆ ਕਰੋੜਾਂ ਰੁਪਈਆਂ ਦਾ ਪਿਛਲੇ ਦੀ ਨਿਊਜ਼ਪੇਪਰ 'ਚ ਵੀ ਆਇਆ ਸੀਗਾ ਵੀ ਇੰਨੇ ਦੇ ਬੂਟੇ ਲਗਾਤੇ ਗਏ। ਭਾਈ ਸਾਹਿਬ ਸਰਕਾਰੀ ਨਰਸਰੀਆਂ ਤੋਂ ਤਾਂ ਫ੍ਰੀ ਮਿਲਦੇ ਨੇ, ਸਰਕਾਰ ਖੁਦ ਲੋਕਾਂ ਨੂੰ ਕਹਿੰਦੀ ਬੂਟੇ ਲਓ, ਅਸੀਂ ਫ੍ਰੀ ਦਿੰਨੇ ਸਰਕਾਰੀ ਨਰਸਰੀਆਂ ਤੋਂ, ਤੇ ਸਰਕਾਰ ਦੇ ਆਪਣੇ ਜਿਹੜੇ ਕਾਰਪੋਰੇਸ਼ਨਾਂ ਦੇ ਲੋਕ ਕਹਿੰਦੇ ਜੀ ਇੰਨੇ ਲੱਖ ਰੁਪਏ ਲੱਗ ਗਏ। ਕਿਉਂ ਭਾਈ? ਤੁਸੀਂ ਲੋਕਾਂ ਨੂੰ ਕਹਿੰਦੇ ਇੱਥੋਂ ਲਓ ਤੇ ਤੁਹਾਡੇ ਆਪ ਤੁਸੀਂ ਮੁੱਲ ਕਿਉਂ ਖਰੀਦਦੇ ਹੋ? ਸਵਾਲ ਇਹ ਨੇ। ਕਿਉਂਕਿ ਦੇਖੋ ਮੈਂ ਛੋਟੀ ਜਿਹੀ ਗੱਲ ਕਰਾਂ, ਜਲੰਧਰ ਸ਼ਹਿਰ ਦੇ ਪੈਰੀਫਰਲ ਦੀ ਗੱਲ ਕਰੀਏ ਤੇ ਹਾਈਵੇ ਬਣਿਆ NH ਹੈਗਾ, ਉਹਦੇ ਦੇਖੋ ਤੁਸੀਂ ਸਾਈਡਾਂ ਦੇ ਉੱਤੇ ਬੈਠਣੀਆਂ ਸ਼ੁਰੂ ਹੋ ਗਈਆਂ ਸੜਕਾਂ, ਠੀਕ ਹੈ, ਰੈੱਡ ਪੋਲਿੰਗ ਲਗਾ ਕੇ ਉੱਥੇ ਸਿਕਿਉਰਿਟੀ ਸੀ ਲਗਾ। ਆ ਜਿਹੜਾ BSF ਦਾ ਆਪਣਾ BMC ਚੌਂਕ ਵਾਲਾ ਪੁਲ ਸੀਗਾ, ਠੀਕ ਹੈ, 10 ਸਾਲ ਨਹੀਂ ਹੋਏ, ਠੀਕ ਹੈ, ਇਹਦਾ ਵੀ ਕੰਮ ਹੋ ਗਿਆ। ਕਿਉਂ ਹੋਇਆ? ਕਿਉਂਕਿ ਸਾਡਾ ਖਾਣ ਵਾਲਾ ਢਿੱਡ ਵੱਡਾ ਹੈ, ਕੰਮ ਕਰਨ ਵਾਲਾ ਢਿੱਡ ਜਿਹੜਾ ਉਹ ਛੋਟਾ ਹੈ, ਠੀਕ ਹੈ ਜੀ। ਸੋ ਇਹ ਸਾਨੂੰ ਦੁਨੀਆ ਉਹ ਕਹਿੰਦੇ ਜੀ ਮਤਲਬ ਸਾਡੇ ਵੱਲੋਂ ਜਿੱਥੇ ਮਰਜ਼ੀ ਜਾਵੇ ਮਰੇ ਖਪੇ, ਪਰ ਸਾਡੀ ਜੇਬ ਭਰਨੀ ਚਾਹੀਦੀ ਹੈ, ਪਰ ਉਹਦਾ ਫਾਇਦਾ ਕੋਈ ਨਹੀਂ ਸਾਨੂੰ। ਜੇ ਲੋਕਾਂ ਨੇ ਤੁਹਾਡੇ ਵੱਲ ਨੂੰ ਦੇਖੋ, ਜਦੋਂ ਵੀ ਕਿਤੇ ਬਗਾਵਤ ਹੁੰਦੀ ਹੈ ਉਹ ਉਦੋਂ ਹੀ ਹੁੰਦੀ ਆ ਜਦੋਂ ਭੁੱਖ ਮਰੀ ਪੈਦਾ ਹੁੰਦੀ ਹੈ। ਅੱਜ ਪੰਜਾਬ 'ਚ ਭੁੱਖ ਮਰੀ ਹੈ, ਅੱਜ ਲੋਕ 2 ਰੁਪਏ ਦੇ ਪਿੱਛੇ ਕਤਲ ਕਰਨ ਨੂੰ ਤਿਆਰ ਹੋਏ ਨੇ, ਠੀਕ ਹੈ। ਤੁਸੀਂ ਦੇਖਿਆ ਆਮ, ਠੀਕ ਆ, ਅੱਜ ਪਰਿਵਾਰਾਂ ਦੇ ਵਿੱਚ ਕਤਲੋਗਾਰ ਤੋਂ ਨਿਊਕਲੀਅਰ ਫੈਮਲੀਜ਼ ਹੋ ਗਈਆਂ, ਹਰ ਬੰਦੇ ਨੂੰ ਆਪਣੀ ਲੜਾਈ ਪਈ ਹੋਈ ਆ। ਉਹ ਕਿੰਨੇ ਪਾਤੀ ਹੈ? ਕਿਉਂਕਿ ਇੱਕ ਹੀ ਪਰਿਵਾਰ ਦੇ ਵਿੱਚ ਪਾਰਟੀਆਂ ਦਾ ਜੀ, ਇੱਕ ਪਰਿਵਾਰ 'ਚ ਅਕਾਲੀ ਦਲ, ਉਸੇ ਪਰਿਵਾਰ ਦੇ ਵਿੱਚ ਕਾਂਗਰਸ, ਉਸੇ ਤੀਸਰੀ ਬੰਦੇ, ਉਹ ਕਹਿੰਦੇ ਠੀਕ ਹੈ ਜੀ। ਕਿਉਂ ਯਾਰ? ਇਹਨਾਂ ਪਾਰਟੀਆਂ ਨੇ ਸਾਨੂੰ ਜਾਂ ਤਾਂ ਜਾਤਾਂ ਪਾਤਾਂ 'ਚ ਵੰਡ ਦਿੱਤਾ, ਜਾਂ ਪਾਰਟੀਆਂ 'ਤੇ ਵੰਡ ਕੇ ਪੰਜਾਬ ਦਾ ਨੂੰ ਨਿਗਾਰ ਵੱਲ ਲੈ ਗਏ, ਸਾਡਾ ਬੇੜਾ ਗਰ ਕਰਕੇ ਰੱਖਤਾ। ਸਾਡੇ ਪੰਜਾਬ ਦੇ ਲੋਕਾਂ ਨੂੰ ਪੜ੍ਹੇ ਲਿਖੇ ਨੌਜਵਾਨ ਜਿਹੜੇ ਨੇ, ਇਸ ਦੇਸ਼ ਦੇ ਵਿੱਚ ਸਭ ਤੋਂ ਵੱਧ ਜਿਹੜੀ ਨੇ ਨੌਜਵਾਨ ਨੇ, 65% ਤੋਂ ਵੱਧ ਯੂਥ ਹੈ, ਠੀਕ ਹੈ। ਪਰ ਇੱਕ ਚੀਜ਼ ਆਮ ਆਦਮੀ ਪਾਰਟੀ ਨੇ ਜ਼ਰੂਰ ਚੇਂਜ ਕੀਤੀ ਆ, ਹਰ ਬੰਦੇ ਨੂੰ ਇੱਕ ਸੁਪਨਾ ਜਗਾਤਾ ਕਿ ਉਹ ਪੋਲੀਟੀਸ਼ੀਅਨ ਬਣ ਸਕਦਾ ਹੈ, ਠੀਕ ਹੈ, ਉਹ MC ਲੜ ਸਕਦਾ, ਉਹ MLA ਲੜ ਸਕਦਾ, ਉਹ MP ਬਣ ਸਕਦਾ, ਠੀਕ ਹੈ, ਜਦ ਕਿ ਅੱਜ ਤੋਂ ਪਹਿਲਾਂ ਨਹੀਂ ਸੀ, ਠੀਕ ਹੈ ਜੀ। ਅੱਜ ਤੁਸੀਂ ਦੇਖੋ ਕਿ ਸਾਡੀਆਂ ਪਾਰਟੀਆਂ ਨੂੰ ਪਿੱਛੇ ਵੱਲ ਨੂੰ ਤੱਕ ਹੋ ਗਈ। ਅੱਜ ਕਿੰਨੇ ਮਹੀਨੇ ਹੋ ਗਏ? 2 ਮਹੀਨੇ ਤੋਂ ਹੋ ਗਿਆ, ਇੱਕ ਅਕਾਲੀ ਦਲ ਲੱਗਿਆ ਹੋਇਆ ਆਪਣੇ ਕੈਂਡੀਡੇਟ ਵੀ ਅਨਾਉਂਸ ਕਰ ਚੁੱਕਿਆ, ਠੀਕ ਹੈ। ਕਿਉਂ ਕਰਤੇ? ਅੱਗੇ ਕਦੀ ਹੁੰਦਾ ਸੀ? ਕਦੀ ਨਹੀਂ। ਪੋਲਿਟਿਕਸ ਦੇ ਵਿੱਚ ਨਵੀਂ ਨੁਹਾਰ ਪੈਦਾ ਹੋ ਰਹੀ ਹੈ, ਨਵੇਂ ਚੈਲੰਜਸ ਆ ਰਹੇ ਨੇ। ਕਿਹਦੇ ਕਰਕੇ? ਕਿਉਂਕਿ ਇਹ ਨਜ਼ਰ ਆ ਰਿਹਾ ਕਿ ਕੋਈ ਤੀਸਰਾ ਬੰਦਾ ਵੀ ਆ ਰਿਹਾ, ਠੀਕ ਹੈ। ਇਸੇ ਚੀਜ਼ ਨੂੰ ਲੈ ਕੇ ਅੱਜ ਜੇ ਕੈਪਟਨ ਸਾਹਿਬ ਵੀ ਜਿਹੜੀ ਨਵੀਂ ਪਾਰਟੀ ਲੈ ਕੇ ਆ ਰਹੇ ਨੇ, ਠੀਕ ਹੈ। ਹੁਣ ਸਵਾਲ ਇਹ ਹੈ ਕਿ BJP ਇੱਕ ਵੱਡੀ ਸੱਤਾਧਾਰੀ ਪਾਰਟੀ ਹੈ, ਉਹ ਕੀ 117 ਸੀਟਾਂ 'ਤੇ ਲੜ ਪਾਉਂਦੀ ਹੈ ਜੇ ਨਹੀਂ ਲੜ ਪਾਉਂਦੀ? ਕਿਉਂਕਿ BJP ਦੇ ਆਪਣੇ ਜਿਹੜੇ ਮੇਨ ਸਿੱਪੇ ਸਲਾਰ ਸੀਗੇ ਉਹ ਤਾਂ ਅਕਾਲੀ ਦਲ ਨੂੰ ਵਿੱਚ ਛਾਲਾ ਮਾਰੇ ਨੇ, ਕੋਈ ਕਿਸੇ ਦੂਸਰੀ ਪਾਰਟੀ ਜਾ ਰਿਹਾ। ਕੈਪਟਨ ਸਾਹਿਬ ਜਿਹੜੀ ਚੀਜ਼ ਲੱਭ ਰਹੇ ਨੇ ਇਹਨਾਂ ਨੂੰ ਕੁਝ ਨਹੀਂ ਲੱਭਣਾ, ਠੀਕ ਹੈ ਜੀ। ਸੋ ਅਸਲ ਦੇ ਵਿੱਚ ਉਹ ਚੱਲਿਆ ਹੋਇਆ ਪਟਾਕੇ ਦੀ ਗੱਲ ਕਰ ਲਈਏ, ਉਹਦੇ 'ਚ ਦੁਬਾਰਾ ਪਟਾਸ ਭਰ ਕੇ ਤੁਸੀਂ ਸੋਚੋਗੇ ਚੱਲ ਜਾਏਗਾ, ਨਹੀਂ। ਇਹ ਚੀਜ਼ਾਂ ਬਹੁਤ ਵੱਡੀਆਂ ਨੇ। ਸੋ ਸਾਡੇ ਸਮਾਜ ਨੂੰ ਜਿਹੜੀ ਆ ਨਵੇਂ ਚੀਜ਼ ਵੱਲ ਜਾਣਾ ਚਾਹੀਦਾ, ਸਮਾਜ ਦੇ ਵਿੱਚ ਨਵੇਂ ਲੋਕਾਂ ਨੂੰ ਨਵੇਂ ਇਸ ਪੋਲਿਟਿਕਸ ਵੱਲ ਵਧਣਾ ਚਾਹੀਦਾ। ਪੋਲਿਟਿਕਸ ਗੰਦਲੀ ਨਹੀਂ ਆ, ਪਰ ਜੇ ਤੁਸੀਂ ਗੰਦੀ ਕੋਈ ਚੀਜ਼ ਹੋ ਚੁੱਕੀ, ਉਸ ਚਿੱਕੜ ਨੂੰ ਸਾਫ਼ ਕਰਨ ਵਾਸਤੇ ਤੁਹਾਨੂੰ ਉਸ ਚਿੱਕੜ ਦੇ ਵਿੱਚ ਉਤਰਨਾ ਹੀ ਪਏਗਾ, ਤਦ ਤੱਕ ਉਹ ਸਾਫ਼ ਨਹੀਂ ਹੋਏਗਾ। ਸਾਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਮੈਂ, ਸਾਡੀਆਂ ਭੈਣਾਂ ਨੂੰ, ਵੀਰਾਂ ਨੂੰ, ਸਾਰਿਆਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ, ਜਿਹੜੇ ਰਿਟਾਇਰਡ ਵੀ ਹੋ ਚੁੱਕੇ ਨੇ ਵਧੀਆ ਪੋਸਟਾਂ ਤੋਂ, ਜਿਹੜੀ ਅੱਛੀ ਸੋਚ ਰੱਖਦੇ ਨੇ, ਉਹਨਾਂ ਨੂੰ ਅੱਗੇ ਵਧਣਾ ਚਾਹੀਦਾ, ਤਾਂ ਅਸੀਂ ਇਹੀ ਚੇਂਜ ਕਰ ਸਕਦੇ ਹਾਂ, ਠੀਕ ਹੈ। ਸਾਡੀ ਜਿਹੜੀ ਬੁੱਢਾ ਬ੍ਰਿਗੇਡ ਹੈ ਇਹਨੂੰ ਚੱਲਦਾ ਕਰੀਏ, ਰਿਟਾਇਰ ਕਰੀਏ ਅਸੀਂ, ਠੀਕ ਹੈ। ਨਵੀਂ ਨੁਹਾਰ ਤਾਂ ਹੀ ਹੋਏਗੀ ਨਵੀਂ ਸੋਚ ਨਾਲ, ਠੀਕ ਹੈ ਜੀ। ਸੋ ਬਿਲਕੁਲ ਇਹ ਸਨ ਕਮਲਦੀਪ ਸਿੰਘ ਜਿਹਨਾਂ ਨਾਲ ਗੱਲ ਕੀਤੀ ਹੈ। ਪੰਜਾਬ ਦੇ BSF ਦੇ ਦਾਇਰੇ ਨੂੰ ਜਿਹੜਾ ਕੇਂਦਰ ਸਰਕਾਰ ਵੱਲੋਂ ਵਧਾ ਦਿੱਤਾ ਗਿਆ, ਉਸ ਦੇ ਮੁੱਦੇ ਤੇ ਇਸ ਤੋਂ ਇਲਾਵਾ ਹੋਰ ਵੀ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਹੈ। ਸੋ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਜੋ ਪ੍ਰਤੀਕਿਰਿਆ ਰਹੀ ਹੈ, ਜਿਸ ਤਰੀਕੇ ਦੇ ਵੀ ਪੰਜਾਬ ਸਰਕਾਰ ਵੱਲੋਂ ਕੰਮ ਕੀਤੇ ਗਏ ਨੇ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ, ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਕਿਸ CM ਚਿਹਰੇ ਨੂੰ ਪੰਜਾਬ ਦਾ CM ਦੇਖਣਾ ਚਾਹੋਗੇ, ਸਾਨੂੰ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਹਰ
ਮੁੱਦੇ ਤੇ ਆਪਣੀ ਰਾਏ ਦਿੰਦੇ ਰਹੋ। ਕੈਮਰਾ ਪਰਸਨ ਦੇਵਰਾਜ ਨਾਲ ਮਨਪ੍ਰੀਤ ਕੌਰ, ਨੇਸ਼ਨ ਪੋਸਟ, ਜਲੰਧਰ।